ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 225 ਤੇ ਹੇਠਲਾ ਪੈਰਾ, ਹੇਠੋਂ ਪੰਜਵੀਂ ਪੰਗਤੀ। ਗੌੜੀ ਮਹੱਲਾ ਪਹਿਲਾ। ਰਾਗ ਦਾ ਨਾਂ ਹੈ ਗੌੜੀ। ਮਹੱਲਾ ਪਹਿਲਾ ਦਾ ਮਤਲਬ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ। ਸੇਵਾ ਏਕ ਨ ਜਾਨਸ ਅਵਰੇ, ਪ੍ਰਪੰਚ ਬਿਆਦ ਤਿਆਗੈ ਕਵਰੇ, ਭਾਏ ਮਿਲੈ ਸੱਚ ਸਾਚੈ ਸੱਚ ਰੇ। ਜਿਹੜਾ ਪਰਮਾਤਮਾ ਦਾ ਭਗਤ ਹੁੰਦਾ ਹੈ ਉਹ ਇੱਕ ਪਰਮਾਤਮਾ ਦੇ ਸਿਮਰਨ ਕਰਦਾ। ਸੇਵਾ ਏਕ, ਉਹ ਇੱਕ ਦੀ ਸੇਵਾ ਕਰਦਾ, ਇੱਕ ਦਾ ਸਿਮਰਨ ਕਰਦਾ। ਨਾ ਜਾਨਸ ਅਵਰੇ, ਉਹ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਪਰਮਾਤਮਾ ਦੇ ਬਰਾਬਰ ਸਮਝਦੇ ਹੀ ਨਹੀਂ, ਇਸ ਲਈ ਪਰਮਾਤਮਾ ਦਾ ਹੀ ਸਿਮਰਨ ਕਰਦਾ। ਪਰਪੰਚ ਬਿਆਦ ਤਿਆਗੈ ਕਵਰੇ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕਈ ਪ੍ਰਕਾਰ ਦੇ ਮਨੁੱਖ ਨੂੰ ਰੋਗ ਲੱਗਦੇ ਨੇ। ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ। ਜਿਹੜਾ ਪਰਮਾਤਮਾ ਦਾ ਭਗਤ ਹੁੰਦਾ ਇਹਨਾਂ ਤਿਆਗੈ ਕਵਰੇ, ਕਵਰੇ ਮਨੇ ਕੌੜੇ, ਇਹਨਾਂ ਨੂੰ ਕੌੜੇ ਸਮਝ ਕੇ ਤਿਆਗ ਦਿੰਦਾ ਹੈ। ਆਮ ਲੋਕਾਂ ਦੇ ਮਿੱਠੇ ਲੱਗਦੇ ਨੇ, ਕਾਮ ਚੰਗਾ ਲੱਗਦਾ, ਪਰ ਉਹ ਇਹਨਾਂ ਨੂੰ ਰੋਗ ਸਮਝ ਕੇ, ਇਹਨਾਂ ਨੂੰ ਕੌੜੇ ਸਮਝ ਕੇ ਤਿਆਗ ਦਿੰਦਾ। ਭਾਏ ਮਿਲੈ ਸੱਚ ਸਾਚੈ ਸੱਚ ਰੇ। ਭਾਏ ਦਾ ਪਿਆਰ ਸਹਿਤ, ਕਿਉਂਕਿ ਜਿਹੜਾ ਅਸਲ ਭਗਤੀ ਦਾ ਮਤਲਬ ਹੀ ਪਿਆਰ ਹੈ। ਮੈਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਪਰ ਮੇਰੇ ਅੰਦਰ ਪਿਆਰ ਨਹੀਂ ਹੈ, ਵਾਹਿਗੁਰੂ ਪ੍ਰਤੀ ਪਿਆਰ ਨਹੀਂ। ਬਾਣੀ ਪੜ੍ਹ ਰਿਹਾ, ਗੁਰੂ ਪ੍ਰਤੀ ਪਿਆਰ ਨਹੀਂ ਗੱਲ ਬਣੇਗੀ। ਪ੍ਰਾਪਤੀ ਪਿਆਰ ਨਾਲ ਹੁੰਦੀ, ਉਹਨੂੰ ਕਹਿੰਦੇ ਨੇ ਭਾਏ। ਉਹ ਪਰਮਾਤਮਾ ਦੀ ਭਗਤੀ ਕਰਦਾ, ਪਿਆਰ ਸਹਿਤ ਪਰਮਾਤਮਾ ਦੀ ਭਗਤੀ ਕਰਦਾ, ਇਸ ਲਈ ਉਹ ਸੱਚੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਬਸ ਕਿ ਉਹਦੀ ਭਗਤੀ ਕਰਦਿਆਂ ਆਪ ਸੱਚ ਹੋ ਜਾਂਦਾ ਹੈ ਅਤੇ ਫਿਰ ਸੱਚੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ। ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੈ ਮਲ ਧੋਈ। ਜਿਹੜਾ ਉੱਪਰ ਵਰਣਨ ਕੀਤਾ ਕਿ ਜਿਹੜਾ ਪਰਮਾਤਮਾ ਦਾ ਭਗਤ ਹੈ ਉਹ ਸਿਰਫ ਪਰਮਾਤਮਾ ਦਾ ਹੀ ਸਿਮਰਨ ਕਰਦਾ ਹੈ, ਸੰਸਾਰਿਕ ਬੁਰਾਈਆਂ ਨੂੰ ਕੌੜੀਆਂ ਸਮਝ ਕੇ ਤਿਆਗ ਦਿੰਦਾ ਹੈ, ਪਰਮਾਤਮਾ ਨੂੰ ਪਿਆਰ ਕਰਦਾ ਹੈ। ਐਸਾ ਰਾਮ ਭਗਤ ਜਨ ਹੋਈ। ਪਰਮਾਤਮਾ ਦਾ ਭਗਤ ਇਹੋ ਜਿਹਾ ਹੁੰਦਾ ਹੈ। ਹਰ ਗੁਣ ਗਾਏ ਮਿਲੈ ਮਲ ਧੋਈ। ਉਹ ਹਰੀ ਦੇ ਗੁਣ ਗਾਉਂਦਾ ਹੈ, ਫਿਰ ਅੰਦਰ ਮੈਲ ਧੋਤੀ ਜਾਂਦੀ ਹੈ, ਫਿਰ ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ। ਪਰਮਾਤਮਾ ਦਾ ਜਿਹੜਾ ਸਿਮਰਨ ਹੈ ਇਹ ਮਨ ਦੀ ਮੈਲ ਨੂੰ ਧੋਂਦਾ ਹੈ। ਜਦੋਂ ਮਨ ਸਾਫ਼ ਹੋ ਗਿਆ ਪਰਮਾਤਮਾ ਮਿਲ ਜਾਂਦਾ। ਬਸ ਜਿਵੇਂ ਮੰਨ ਲਓ ਟਿਊਬ ਹੈ, ਇਹਦੇ ਉੱਤੇ ਤੁਸੀਂ 2 3 4 5 ਕੱਪੜੇ ਉੱਤੇ ਦੇ ਦਿਓ, ਟਿਊਬ ਨਹੀਂ ਦਿਸੇਗੀ। ਕਿਉਂ? ਉੱਤੇ ਕੱਪੜੇ ਆ ਗਏ। ਅਸੀਂ ਮਨ ਦੀ ਮੈਲ ਨਾਲ ਪਰਮਾਤਮਾ ਨੂੰ ਢੱਕ ਰੱਖਿਆ। ਬਸ ਜਿਵੇਂ ਆਪਾਂ ਕੱਪੜੇ ਲਾਹ ਦੀਏ ਟਿਊਬ ਤੋਂ ਅਤੇ ਟਿਊਬ ਦਿਸਣ ਲੱਗ ਜਾਏਗੀ ਕਿ ਨਹੀਂ, ਇਸ ਤਰ੍ਹਾਂ ਜਦੋਂ ਮੈਲ ਲਹਿ ਗਈ ਫਿਰ ਪਰਮਾਤਮਾ ਦਿਸਣ ਲੱਗ ਜਾਂਦਾ। ਬਸ ਉਹ ਮੈਲ ਲਹੇਗੀ ਕਿਵੇਂ? ਹਰ ਗੁਣ ਗਾਏ, ਹਰੀ ਦੇ ਗੁਣ ਗਾ ਕੇ। ਨਾਲ ਸ਼ਰਤ ਇਹ ਹੈ ਕਿ ਕੋਈ ਐਸਾ ਕੰਮ ਨਹੀਂ ਕਰਨਾ ਜਿਸ ਨਾਲ ਮੁੜ ਕੇ ਮੈਲ ਲੱਗ ਜਾਏ। ਜੇ ਮੁੜ ਕੇ ਮੈਲ ਲੱਗੀ ਫਿਰ ਸਾਰੀ ਉਮਰ ਨਹੀਂ ਲੈਣੀ, ਫਿਰ ਸਾਰੀ ਉਮਰ ਨਹੀਂ ਲੈਣੀ। ਬੰਦਾ ਮਾੜੇ ਕੰਮ ਕਰਦਾ, ਰਾਮਦਾਸ ਸਰੋਵਰ ਨਹਾਤੇ ਉੱਥੇ ਜਾ ਕੇ ਇਸ਼ਨਾਨ ਕਰ ਲਿਆ, ਮੁੜ ਕੇ ਆ ਕੇ ਫਿਰ ਇਸ ਤਰ੍ਹਾਂ ਕਰਦਾ, ਫਿਰ ਸਾਰੀ ਉਮਰ ਚਾਹੇ ਨਹਾਈ ਜਾ,
ਹਾਂ ਨਹਾ ਲਿਆ, ਉੱਥੇ ਪ੍ਰਤਿੱਗਿਆ ਕਰ ਲੈ ਕਿ ਮੈਂ ਮੁੜ ਕੇ ਮਾੜੇ ਕੰਮ ਨਹੀਂ ਕਰਾਂਗਾ, ਬਸ ਫਿਰ ਗੱਲ ਬਣ ਸਕਦੀ ਹੈ। ਫਿਰ ਦੂਜੀ ਵਾਰੀ ਜਦੋਂ ਨਹਾਏਗਾ ਤਾਂ ਗੱਲ ਹੀ ਹੋਰ ਹੋ ਜਾਏਗੀ। ਫਿਰ ਗੱਲ ਹੀ ਸਰੋਵਰ ਦਾ ਚੋਰ ਵੀ ਨਹਾ ਰਹੇ ਨੇ, ਸਾਧੂ ਵੀ ਨਹਾ ਰਹੇ ਨੇ। ਚੋਰ ਚਾਹੇ 100 ਵਾਰੀ ਚੋਰ ਸੇ ਚੋਰ ਹੈ, ਚੋਰ ਚੋਰ ਨੇ ਚੋਰ ਹੀ ਰਹਿਣਾ ਹੈ। ਨਹਾਉਣ ਨਾਲ ਸਾਧ ਨਹੀਂ ਬਣ ਜਾਣਾ, ਜਿੰਨੇ 'ਚ ਮਨੁੱਖ ਬੁਰਾਈਆਂ ਆਪ ਨਹੀਂ ਛੱਡਦਾ ਹੈ। ਸੋ ਇਸ ਲਈ ਕਹਿੰਦੇ ਜਿਹੜਾ ਪਰਮਾਤਮਾ ਦਾ ਭਗਤ ਨੇ ਹਰ ਗੁਣ ਗਾਏ, ਉਹ ਹਰੀ ਦੇ ਗੁਣ ਗਾਉਂਦਾ ਹੈ। ਮਲ ਧੋਈ ਇਸ ਤਰ੍ਹਾਂ ਆਪਣੇ ਮਨ ਦੀ ਮੈਲ ਲਾ ਲੈਂਦਾ ਹੈ, ਮਿਲੇ ਤੇ ਫਿਰ ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ। ਰਹਾਉ ਊਂਦੋ ਕਵਲ ਸਗਲ ਸੰਸਾਰ, ਊਂਦਾ ਪੁੱਠੇ ਨੂੰ ਕਹਿੰਦੇ ਨੇ, ਕਵਲ ਹਿਰਦੇ ਨੂੰ ਕਹਿੰਦੇ ਨੇ। ਜਿਵੇਂ ਕਮਲ ਦਾ ਫੁੱਲ ਪੁੱਠਾ ਹੋਵੇ ਤੇ ਕੁਛ ਨਹੀਂ ਉਹਨੂੰ ਲੱਗਦਾ, ਸਿੱਧਾ ਹੋਵੇ ਤਾਂ ਹੀ ਉਹਨੂੰ ਫੁੱਲ ਅੱਗੇ ਲੱਗਦੇ ਹਨ। ਇਹ ਮਨ ਰੂਪੀ ਕਵਲ ਪੁੱਠਾ ਕਿਵੇਂ ਪੁੱਠਾ ਹੈ? ਇਹ ਨਹੀਂ ਕਿ ਉਂਝ ਜਿਵੇਂ ਆਪਾਂ ਪੁੱਠੇ ਹੋਏ ਸਿਰ ਪਰਨੇ ਹੋ ਜੀ, ਇਸ ਤਰ੍ਹਾਂ ਨਹੀਂ। ਰੱਬ ਦਾ ਨਾਮ ਨਹੀਂ ਜਪਦਾ, ਇਸ ਲਈ ਰੱਬ ਵੱਲੋਂ ਪੁੱਠਾ, ਰੱਬ ਵੱਲੋਂ ਉਲਟਿਆ ਹੋਇਆ। ਪੁੱਠਾ ਕਵਲ ਸਗਲ ਸੰਸਾਰ, ਸਾਰੇ ਸੰਸਾਰ ਦਾ ਹਿਰਦਾ ਪਰਮਾਤਮਾ ਨਾਲੋਂ ਵਿਰੋਧੀ ਹੈ, ਉਹਦੇ ਵੱਲੋਂ ਉਲਟਿਆ ਹੋਇਆ ਹੈ। ਪਰਮਾਤਮਾ ਦਾ ਨਾਮ ਨਹੀਂ ਜਪਦੇ ਲੋਕ। ਫਿਰ ਕੀ ਹੁੰਦਾ ਹੈ? ਦੁਰਮਤ। ਦੁਰਮਤ ਅਗਨ, ਅੰਦਰ ਭੈੜੀ ਮੱਤ ਦੀ ਅੱਗ ਪੈਦਾ ਹੋ ਜਾਂਦੀ ਹੈ। ਭੈੜੀ ਮੱਤ ਰੂਪੀ ਅੱਗ ਪੈਦਾ ਹੋ ਜਾਂਦੀ ਹੈ। ਜਗਤ ਪਰਜਾਰੈ, ਪਰਜਾਰੈ ਹੁੰਦਾ ਸਾੜਨਾ। ਇਹ ਭੈੜੀ ਮੱਤ ਵਾਲੀ ਅੱਗ ਫਿਰ ਸਾਰੇ ਸੰਸਾਰ ਨੂੰ ਸਾੜਦੀ ਹੈ, ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਸੋ ਉਭਰੈ ਗੁਰ ਸ਼ਬਦ ਵਿਚਾਰ, ਜਿਹੜਾ ਗੁਰੂ ਦੇ ਸ਼ਬਦ ਦਾ ਜਾਪ ਕਰਦਾ ਹੈ। ਗੁਰੂ ਨੇ ਸਾਨੂੰ ਸ਼ਬਦ ਦਿੱਤਾ ਵਾਹਿਗੁਰੂ, ਜਿਹੜਾ ਵਾਹਿਗੁਰੂ ਦਾ ਜਾਪ ਕਰ ਦਿੰਦਾ ਸੋ ਉਭਰੈ, ਉਹ ਇਸ ਦੁਰਮਤ ਤੋਂ, ਬੁਰਾਈ ਤੋਂ ਬਚ ਜਾਂਦਾ ਹੈ। ਉਹ ਬੁਰਾਈਆਂ ਤੋਂ ਬਚ ਜਾਂਦਾ ਹੈ, ਉਹ ਫਿਰ ਪਰਮਾਤਮਾ ਦਾ ਭਗਤ ਹੋ ਜਾਂਦਾ। ਉਹ ਨਹੀਂ ਤਾਂ ਸੰਸਾਰ ਦਾ ਜਿਹੜਾ ਹੈ, ਸਾਰੇ ਸੰਸਾਰ ਦਾ ਜਿਹੜਾ ਮਨ ਹੈ ਊਂਦੋ ਹੈ, ਉਹ ਪਰਮਾਤਮਾ ਵੱਲੋਂ ਉਲਟਿਆ ਹੋਇਆ ਹੈ। ਇਸ ਕਰਕੇ ਅੰਦਰ ਦੁਰਮਤ ਰੂਪੀ ਅੱਗ ਪੈਦਾ ਹੋ ਗਈ ਹੈ। ਉਹ ਦੁਰਮਤ ਰੂਪੀ ਅੱਗ ਸਾਰੇ ਸੰਸਾਰ ਨੂੰ ਸਾੜ ਰਹੀ ਹੈ। ਪਰਜਾਰਾ ਚੰਗੀ ਤਰ੍ਹਾਂ ਸਾੜਨ, ਉਹ ਸੰਸਾਰ ਨੂੰ ਸਾੜ ਰਹੀ ਹੈ। ਹੁਣ ਇਸ ਦੁਰਮਤ ਦੀ ਅਗੜੀ ਤੋਂ ਕੌਣ ਬਚੇਗਾ? ਸੋ ਬਰੈ ਗੁਰ ਸ਼ਬਦ ਵਿਚਾਰ, ਜਿਹੜਾ ਗੁਰੂ ਦਾ ਦਿੱਤੇ ਸ਼ਬਦ ਦਾ ਜਾਪ ਕਰਦਾ ਹੈ, ਉਹ ਦੁਰਮਤ ਰੂਪੀ ਅਗੜੀ ਤੋਂ ਬਚ ਜਾਂਦਾ। ਊਂਦੋ ਕਵਲ ਸਗਲ ਸੰਸਾਰ, ਊਂਦੋ ਕਵਲ ਸਗਲ ਸੰਸਾਰ, ਊਂਦੋ ਕਵਲ ਦੁਰਮਤ ਅਗਨ ਜਗਤ ਪਰਜਾਰ, ਦੁਰਮਤ ਅਗਨ ਜਗਤ ਪਰਜਾਰ, ਸੋ ਉਭਰੈ ਗੁਰ ਸ਼ਬਦ ਵਿਚਾਰ, ਸੋ ਉਭਰੈ ਗੁਰ ਸ਼ਬਦ ਵਿਚਾਰ, ਸੋ ਉਭਰੈ ਗੁਰ ਸ਼ਬਦ ਵਿਚਾਰ, ਸੋ ਉਭਰੈ ਗੁਰ ਸ਼ਬਦ ਵਿਚਾਰ,
ਇਸ ਲਈ ਕਹਿੰਦੇ ਬੁਰਾਈਆਂ ਤੋਂ ਬਚਣ ਦਾ ਵਾਰੀ ਵਾਰੀ ਢੰਗ ਬਣ ਦਿੱਤਾ ਕਿ ਨਾਮ ਜਪੋ, ਨਾਮ ਜਪੋ। ਤੁਹਾਡੇ ਅੰਦਰ ਬੁਰਾਈਆਂ ਨਾਲ ਲੜਨ ਦੀ ਸ਼ਕਤੀ ਪੈਦਾ ਹੋ ਜਾਏਗੀ। ਨਹੀਂ ਤੇ ਮਨ ਕਮਜ਼ੋਰ ਨੇ, ਕਮਜ਼ੋਰ ਮਨ ਫਿਰ ਬੁਰਾਈਆਂ ਵੱਲ ਨੂੰ ਛੇਤੀ ਚੁੱਕਦੇ ਨੇ। ਜਿਹੜੇ ਲੋਕ ਦ੍ਰਿੜ ਆਦੇ ਦੇ ਹੁੰਦੇ ਨੇ ਉਹ ਫਿਰ ਛੇਤੀ ਛੇਤੀ ਝੁਕਿਆ ਕਰਦੇ। ਭ੍ਰਿੰਗ ਪਤੰਗ ਕੁੰਚਰ ਅਰ ਮੀਨਾ, ਮ੍ਰਿਗ ਮਰੈ ਸਹਿ ਆਪਣਾ ਕੀਨ। ਭ੍ਰਿੰਗ ਭੌਰਾ, ਪਤੰਗ ਪਤੰਗਾ, ਕੁੰਚਰ ਹਾਥੀ, ਅਰ ਅਤੇ ਮੀਨਾ ਮੱਛੀ, ਮ੍ਰਿਗ ਮਿਰਗ ਜਿਹਨੂੰ ਕਹਿੰਦੇ ਆਪਾਂ ਹਿਰਨ, ਭ੍ਰਿੰਗ ਭੌਰਾ ਇੱਕ, ਪਤੰਗ ਪਤੰਗਾ ਦੋ, ਕੁੰਚਰ ਹਾਥੀ ਤਿੰਨ, ਮੀਨਾ ਮੱਛੀ ਚਾਰ, ਅਤੇ ਬਿਰਗ ਜਿਹਨੂੰ ਹਿਰਨ ਵੀ ਕਹਿੰਦੇ ਹਨ। ਇਹ ਪੰਜਾਂ 'ਚ ਇੱਕ ਇੱਕ ਨੁਕਸ ਹੁੰਦਾ। ਭ੍ਰਿੰਗ ਭੌਰੇ 'ਚ ਕੀ ਹੈ? ਇਹ ਖੁਸ਼ਬੂ ਦਾ ਸ਼ੌਕੀਨ ਹੈ। ਫੁੱਲ 'ਤੇ ਬੈਠਦਾ ਹੈ, ਉਹਨੂੰ ਚੂਸਦਾ ਹੈ, ਉਹ 'ਚ ਰਸ ਆਉਂਦਾ ਹੈ, ਆਲਾ ਦੁਆਲਾ ਭੁੱਲ ਜਾਂਦਾ ਹੈ। ਉਹ ਰਸ ਚੂਸਣ 'ਤੇ ਲੱਗਾ ਰਹਿੰਦੇ ਨੇ, ਜਦੋਂ ਦਿਨ ਛਿਪ ਜਾਂਦਾ। ਜੋ ਦਿਨ ਛਿਪਦਾ ਫੁੱਲ ਬੰਦ ਹੋ ਜਾਂਦਾ, ਭੌਰਾ ਵਿੱਚ ਹੀ ਦਮ ਘੁੱਟ ਕੇ ਮਰ ਜਾਂਦਾ। ਇਹ ਤਾਂ ਭੌਰੇ ਦਾ ਨੁਕਸ ਹੈ। ਪਤੰਗ ਮਨੇ ਪਤੰਗਾ, ਦੀਵਾ ਜਗਦਾ ਹੋਵੇ, ਚਾਨਣ ਹੋਵੇ, ਟਿਊਬਾਂ ਹੁੰਦੀਆਂ, ਬਲਬ ਜਗਦੇ ਨੇ, ਆ ਪਤੰਗੇ ਜਾ ਕੁੱਤੇ ਡਿੱਗੀ ਜਾਂਦੇ, ਸੜ ਸੜ ਕੇ ਹੇਠਾਂ ਮਰੀ ਜਾਂਦੇ। ਕੁੰਚਰ ਹਾਥੀ ਹੈ, ਇਹ ਕਾਮ ਦੇ ਅਧੀਨ ਹੁੰਦਾ ਹੈ। ਹਾਥੀਆਂ ਨੂੰ ਫੜਨ ਕੀ ਕਹਦਾ? ਡੂੰਘਾ ਸਾਰਾ ਖੂਹ, ਵੱਡਾ ਸਾਰਾ ਟੋਇਆ ਪੁੱਟ ਲੈਂਦੇ ਨੇ, ਉਹਦੇ ਉੱਤੇ ਕੱਖਾਂ ਕਾਨਿਆਂ ਦੀ ਛੱਤ ਪਾ ਦਿੰਦੇ ਨੇ। ਬਨੌਟੀ ਹਥਨੀ ਬਣਾ ਕੇ, ਕਾਗਜ਼ ਦੀ ਗੱਤੇ ਦੀ ਹਥਨੀ ਬਣਾ ਕੇ ਉਹਦੇ ਉੱਤੇ ਖੜੀ ਕਰ ਦਿੰਦੇ ਖੂਹ। ਹਾਥੀ ਕਾਮ ਵਸ ਆਉਂਦਾ ਹਥਨੀ ਵੱਲ ਨੂੰ, ਜਿਉਂ ਹੀ ਉਹ ਪੈਰ ਧਰਦਾ ਉਸ ਦੇ ਕੱਖ ਕੰਨਿਆਂ 'ਤੇ ਧੜਮ ਕਰਕੇ ਧਰਤੀ ਡਿੱਗ ਪੈਂਦੀ, ਖੂਹ 'ਚ ਡਿੱਗ ਪੈਂਦਾ, ਆਪ ਨਿਕਲ ਨਹੀਂ ਸਕਦਾ। ਕਿੰਨੇ ਦਿਨ ਫਿਰ ਉਹਨੂੰ ਭੁੱਖਿਆਂ ਰੱਖਦੇ ਨੇ। ਜਦੋਂ ਨਿਡਾਲ ਨਿਤਾਣਾ ਹੋ ਜਾਂਦਾ ਹੈ, ਫਿਰ ਦੂਜੇ ਹਾਥੀਆਂ ਦੀ ਮਦਦ ਨਾਲ ਉਹਨੂੰ ਰੱਸਿਆਂ ਨਾਲ ਬੰਨ੍ਹ ਕੇ ਬਾਹਰ ਕਰ ਲੈਂਦੇ ਨੇ। ਫਿਰ ਉਸੇ ਹਾਥੀ 'ਤੇ ਸਵਾਰੀ ਕਰਦੇ ਨੇ ਲੋਕ। ਉਹ ਮਨੁੱਖ ਦਾ ਗੁਲਾਮ ਹੋ ਜਾਂਦਾ ਹੈ। ਇੱਕੋ ਨੁਕਸ ਕਾਰਨ, ਕਾਮ ਦਾ ਉਹਦੇ 'ਚ ਨੁਕਸ ਹੈ। ਮੀਨਾ ਮੱਛੀ ਹੈ, ਇਹ ਖਾਣ ਦੀ ਸ਼ੌਕੀਨ ਹੈ। ਮੱਛੀਆਂ ਫੜਨ ਵਾਲੇ ਦੇਖਦੇ ਨੇ ਕਿ ਮੱਛੀ ਨੂੰ ਕਿਸ ਚੀਜ਼ ਦਾ ਸ਼ੌਕ ਹੈ, ਉਹ ਕੁੰਡੀ ਦੇ ਨਾਲ ਲਾ ਕੇ ਪਾਣੀ 'ਚ ਸੁੱਟ ਦਿੰਦੇ ਨੇ। ਮੱਛੀ ਉਸ ਚੀਜ਼ ਨੂੰ ਖਾਣ ਦੀ ਸ਼ੌਕੀਨ ਹੈ, ਉਹ ਚੱਕ ਮਾਰਦੀ ਹੈ। ਕੁੰਡੀ ਅੱਗੋਂ ਤੇਜ਼ ਹੋਣ ਕਰਕੇ ਮੱਛੀ ਦੇ ਮੂੰਹ 'ਚ ਫਸ ਜਾਂਦੀ ਹੈ। ਮੱਛੀ ਬਾਹਰ ਨਹੀਂ ਨਿਕਲ ਸਕਦੀ ਉਸ ਕੁੰਡੀ ਤੋਂ। ਫਿਰ ਉਹ ਬਾਹਰ ਜਿਹੜਾ ਬੈਠਾ ਉਹਦੇ ਹੱਥ 'ਚ ਰੱਸੀ ਫੜੀ ਹੋਈ, ਉਹਨੂੰ ਪਤਾ ਲੱਗਦਾ ਵੀ ਹਾਂ ਹੁਣ ਖਿੱਚ ਪੈ ਗਈ, ਉਹ ਖਿੱਚ ਲੈਂਦਾ ਬਾਹਰ ਅਤੇ ਮੱਛੀ ਨੂੰ ਫਿਰ ਤਲ ਕੇ ਖਾ ਜਾਂਦਾ ਹੈ। ਮਿਰਗ ਵੀ ਇਸ ਤਰ੍ਹਾਂ ਹੀ। ਇਹਨੂੰ ਇਹ ਖੁਸ਼ਬੂ ਕਸਤੂਰੀ, ਇਹਦੇ ਪੇਟ ਦੇ ਵਿੱਚ ਕਸਤੂਰੀ ਬਣ ਜਾਂਦੀ ਸਮਾਂ ਪਾ ਕੇ ਧੁੰਨੀ ਕੋਲ, ਇਹਨੂੰ ਫਿਰ ਖੁਸ਼ਬੂ ਆਉਂਦੀ ਹੈ। ਇਹ ਸੋਚਦਾ ਖੁਸ਼ਬੂ ਕਿਤੇ ਬਾਹਰੋਂ ਆ ਰਹੀ ਹੈ। ਇਹ ਭੱਜਿਆ ਫਿਰਦਾ ਹੈ, ਪਾਇਦਾ 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 ਅਖੀਰ ਨੂੰ ਥੱਕ ਜਾਂਦਾ ਹੈ, ਫਿਰ ਬੈਠ ਜਾਂਦਾ ਹੈ। ਅਚਾਨਕ ਉਹਦਾ ਮੂੰਹ ਧੁੰਨੀ ਕੋਲ ਚਲਾ ਜਾਂਦਾ ਹੈ। ਉੱਥੋਂ ਨੂੰ ਆਉਂਦੀ ਕਸਤੂਰੀ ਦੀ ਸੁਗੰਧੀ, ਬਸ ਉਸੇ 'ਚ ਹੀ ਮਸਤ ਹੋ ਜਾਂਦਾ ਅਤੇ ਉੱਥੇ ਹੀ ਜਾਣ ਦੇ ਦਿੰਦਾ। ਇਸ ਲਈ ਕਹਿੰਦੇ ਮਰੈ ਸਹਿ ਆਪਣਾ ਕੀਨ, ਆਪਣਾ ਜੋ ਕੀਤਾ ਉਹਨੂੰ ਸਹਿਣ ਕਰਦਾ ਕਰਦਾ ਮਰ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਤ੍ਰਿਸ਼ਨਾ ਰਾਚ ਤਤ ਨਹੀਂ ਬਿਨ। ਇਸ ਤਰ੍ਹਾਂ ਮਨੁੱਖ ਹੈ, ਇਹ ਤ੍ਰਿਸ਼ਨਾਵਾਂ 'ਚ ਲੱਗਿਆ ਹੋਇਆ। ਇੱਕ ਹੁੰਦਾ ਦਾਨਾ, ਇੱਕ ਹੁੰਦਾ ਬੀਨਾ। ਦਾਨਾ ਮੈਨੇ ਸਿਆਣਾ, ਬੀਨਾ ਮੈਨੇ ਵੇਖਣ ਵਾਲਾ, ਜਿਵੇਂ ਦੂਰਬੀਨ
ਦੂਰੋਂ ਵੇਖਣ ਵਾਲੀ, ਖੁਰਦਬੀਨ ਬੜੀ ਬਰੀਕ ਚੀਜ਼ ਨੂੰ ਵੇਖਣ ਵਾਲੀ, ਬੀਨ ਜਿਹੜਾ ਸਾਨੂੰ ਵੇਖਦਾ ਹੈ, ਜਿਹੜਾ ਸਾਡੇ ਅੰਦਰ ਵੇਖ ਸਕਦਾ ਹੈ। ਭਾਵ ਤ੍ਰਿਸ਼ਨਾ ਦੇ ਅਧੀਨ ਹੋਇਆ ਹੋਇਆ ਮਨੁੱਖ ਇਹ ਪਰਮਾਤਮਾ ਨੂੰ ਵੇਖ ਹੀ ਨਹੀਂ ਸਕਦਾ, ਉਹਦੇ ਦਰਸ਼ਨ ਹੀ ਨਹੀਂ ਕਰ ਸਕਦਾ। ਉਹਨਾਂ 'ਤੇ ਔਗਣ ਦਿੱਤਾ ਹੈ। ਭਰਿੰਗ 'ਚ, ਭੌਰੇ 'ਚ ਹੋਰ ਔਗਣ ਹੈ, ਪਤੰਗੇ 'ਚ ਹੋਰ ਹੈ, ਹਾਥੀ 'ਚ ਹੋਰ ਹੈ, ਮੱਛੀ 'ਚ ਹੋਰ ਹੈ, ਮਿਰਗ 'ਚ ਹੋਰ ਹੈ। ਇਸ ਤਰ੍ਹਾਂ ਬੰਦੇ ਦੇ ਵਿੱਚ ਵੀ ਔਗਣ ਹੈ ਤ੍ਰਿਸ਼ਨਾ ਦਾ। ਇਹ ਤ੍ਰਿਸ਼ਨਾਵਾਂ ਕਰਕੇ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਬਰਬਾਦ ਹੁੰਦਾ ਰਹਿੰਦਾ ਹੈ। ਕਾਮ ਚਿਤੈ ਕਾਮਨ ਹਿਤਕਾਰੀ, ਕਾਮਨ ਔਰਤ ਨੂੰ ਕਹਿੰਦੇ ਨੇ, ਹਿਤਕਾਰੀ ਦਾ ਪਿਆਰ ਕਰਨ ਵਾਲਾ। ਪਰਾਈ ਜਨਾਨੀ ਨੂੰ ਪਿਆਰ ਕਰਨ ਵਾਲਾ ਹਮੇਸ਼ਾ ਕਾਮ ਬਾਰੇ ਸੋਚਦਾ ਰਹਿੰਦਾ। ਚਿਤੇ ਸੋਚਣਾ। ਬਗਾਨੀਆਂ ਜਨਾਨੀਆਂ ਨੂੰ ਪਿਆਰ ਕਰਨ ਵਾਲੇ ਕਾਮ ਬਾਰੇ ਹੀ ਸੋਚਦੇ ਰਹਿੰਦੇ ਹਨ। ਕ੍ਰੋਧ ਵਿਨਾਸ਼ੈ ਸਗਲ ਵਿਕਾਰੀ, ਉਹਦੇ ਅੰਦਰ ਸਾਰੇ ਵਿਕਾਰ ਪੈਦਾ ਹੋ ਜਾਂਦੇ ਨੇ। ਉਹਦੇ ਅੰਦਰ ਕ੍ਰੋਧ ਪੈਦਾ ਹੋ ਜਾਂਦਾ ਹੈ, ਵਿਨਾਸ਼ੈ, ਅਤੇ ਇਸ ਤਰ੍ਹਾਂ ਬਰਬਾਦ ਹੋ ਜਾਂਦਾ ਹੈ। ਕਿ ਕ੍ਰੋਧ ਅਤੇ ਜਿਹੜੀ ਬੁਰਾਈਆਂ ਨੇ ਮਨੁੱਖ ਨੂੰ ਬਰਬਾਦ ਕਰ ਦਿੰਦੀਆਂ। ਪਤ ਮਤ ਖੂਵੇਂ ਨਾਮ ਵਿਸਾਰੀ, ਨਾਮ ਨੂੰ ਵਿਸਾਰ ਕੇ, ਨਾਮ ਨੂੰ ਭੁਲਾ ਕੇ ਇਹ ਜਿਹੜੇ ਮਨੁੱਖ ਨੇ ਇਹ ਫਿਰ ਆਪਣੀ ਇੱਜ਼ਤ, ਆਪਣੀ ਮਤ ਗੁਆ ਬੈਂਦੇ ਨੇ, ਇਸ ਤਰ੍ਹਾਂ ਬਰਬਾਦ ਹੋਏ ਹਨ। ਇਹ ਬੁਰਾਈਆਂ ਕਿਉਂ ਪੈਦਾ ਹੁੰਦੀਆਂ ਨੇ? ਗੁਰੂ ਤੇ ਨਾਮ ਨਹੀਂ ਜਪਦੇ ਲੋਕ, ਉੱਧਰ ਧਿਆਨ ਨਹੀਂ ਲਾਉਂਦੇ, ਦੂਜੇ ਪਾਸੇ ਧਿਆਨ ਹੋਣ ਕਰਕੇ। ਗੱਲ ਤੇ ਸਾਰੀ ਧਿਆਨ ਨੂੰ ਡਾਈਵਰਟ ਕਰਨ ਦੀ ਹੈ। ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ, ਇੱਧਰ ਲਾਉਣਾ। ਆਪਣੇ ਧਿਆਨ ਨੂੰ ਸੰਸਾਰ ਵੱਲੋਂ ਹਟਾ ਕੇ ਰੱਬ ਵੱਲ ਲਾਉਣਾ, ਬਸ ਉਹਦੀ ਪ੍ਰਾਪਤੀ ਹੋ ਜਾਂਦੀ। ਹੁਣ ਕਾਮੀ ਪੁਰਸ਼ ਹੈ, ਉਹਦਾ ਧਿਆਨ ਔਰਤ ਵੱਲ ਰਹੇਗਾ। ਜਿਹਦੇ ਅੰਦਰ ਬੁਰਾਈਆਂ ਹਨ ਉਹਦੇ ਅੰਦਰ ਕ੍ਰੋਧ ਹੁੰਦਾ ਹੈ, ਉਹ ਇਸ ਤਰ੍ਹਾਂ ਬਰਬਾਦ ਹੋ ਜਾਂਦਾ ਹੈ। ਜਿਹੜੇ ਨਾਮ ਨਹੀਂ ਜਪਦੇ ਉਹ ਆਪਣੀ ਇੱਜ਼ਤ, ਆਪਣੀ ਮਤ ਗੁਆ ਕੇ ਸੰਸਾਰ ਤੋਂ ਚਲੇ ਜਾਂਦੇ ਹਨ। ਪਰ ਕਰ ਚੀਤ ਮਨਮੁਖ ਡੋਲਾਏ, ਜਿਹੜਾ ਮਨਮੁਖ ਹੈ ਪਰਾਏ ਘਰ 'ਚ, ਪਰਾਏ ਘਰ ਵੇਖ ਕੇ ਉਹਦਾ ਮਨ ਡੋਲ ਜਾਂਦਾ। ਇੱਕ ਵਾਰ ਮੈਂ ਗੁਰਬਖਸ਼ ਸਿੰਘ ਪ੍ਰੀਤ ਲੜਈ ਨੂੰ ਪੁੱਛਿਆ, ਸਾਡੇ ਘਰ ਜਦੋਂ 7ਵੀਂ 'ਚ ਪੜ੍ਹਦਾ ਸੀ ਉਦੋਂ ਪ੍ਰੀਤ ਲੜੀ ਆਉਣ ਲੱਗ ਗਈ ਸੀ, ਕਿਉਂਕਿ ਮੇਰੀ ਜਿਹੜੀ ਭਰਜਾਈ ਸੀ ਉਹ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਭਤੀਜੀ ਸੀ, ਇਸ ਲਈ ਸਾਡੇ ਘਰ ਉਹ ਮੈਗਜ਼ੀਨ ਆਉਣ ਲੱਗ ਪਿਆ। ਜਦੋਂ ਮੈਂ ਟੀਚਰ ਲੱਗ ਗਿਆ ਤਾਂ ਮੈਂ ਪ੍ਰਸ਼ਨ ਪੁੱਛਦੇ ਲੋਕ ਕੋ ਜਵਾਬ ਦਿਆ ਕਰਦਾ ਸੀ। ਮੈਂ ਜੀ ਸ਼ਾਦੀ ਬੱਚੇ ਦੀ ਕਦੋਂ ਕਰਨੀ ਚਾਹੀਦੀ ਹੈ? ਕਹਿੰਦੇ ਜਦੋਂ ਬੱਚਾ ਛੱਤ ਤੋਂ ਹੇਠਾਂ ਉਤਰਦਿਆਂ ਹੋਇਆਂ ਗੁਆਂਢੀਆਂ ਦੇ ਘਰ ਵੱਲ ਵੇਖਣ ਲੱਗ ਜਾਏ ਨਾ, ਬਸ ਉਦੋਂ ਦੀ ਸ਼ਾਦੀ ਕਰ ਦਿਓ। ਕਹਿੰਦੇ ਉਦੋਂ ਉਸਦੀ ਸ਼ਾਦੀ ਕਰ ਦਿਓ। ਪਰ ਕਰ ਚੀਤ ਮਨਮੁਖ ਡੋਲਾ, ਜਿਹੜਾ ਮਨਮੁਖ ਹੁੰਦਾ ਉਹ ਬਗਾਨੇ ਕਰਨ ਵੇਖ ਕੇ ਉਹਦਾ ਮਨ ਡੋਲ ਜਾਂਦਾ ਹੈ। ਕੋਈ ਚੋਰੀ ਕਰਨ ਲਈ ਚਲਾ ਜਾਂਦਾ, ਕੋਈ ਬਦਮਾਸ਼ੀ ਕਰਨ ਲਈ ਚਲਾ ਜਾਂਦਾ। ਫਿਰ ਇਸ ਤਰ੍ਹਾਂ ਕੀ ਹੁੰਦਾ? ਗਲ ਜੇਵਰੀ ਧੰਦਾ ਲਪਟਾਏ। ਜੇਵਰੀ ਹਿੰਦੀ ਦਾ ਸ਼ਬਦ ਹੈ, ਜੇਵੜੀ ਪੰਜਾਬੀ ਦੇ ਗੁਰਬਾਣੀ 'ਚ ਅੜਾੜੇ ਨੂੰ ਬਹੁਤ ਹੀ ਵਾਰੀ ਰਾਰੇ ਦੇ ਤੌਰ 'ਤੇ ਵਰਤਿਆ ਗਿਆ ਹੈ। ਗਲ ਜੇਵਰੀ, ਕਾਹਦੀ ਜੇਵਰੀ, ਕਾਹਦੀ ਰੱਸੀ? ਜਮਾਂ ਦੀ ਫਾਹੀ। ਇਹੋ ਜਿਹੇ ਮਨੁੱਖ ਦੇ ਗਲ 'ਚ ਜਮਾਂ ਦੀ ਫਾਹੀ ਪੈਂਦੀ ਹੈ। ਧੰਦਾ ਲਪਟਾਏ, ਕਿਉਂਕਿ ਸੰਸਾਰਕ ਕੰਮਾਂ 'ਚ ਲੱਗਾ ਰਹਿੰਦਾ, ਨਾਮ ਜਪਦਾ ਨਹੀਂ। ਸੰਸਾਰਕ ਧੰਦਿਆਂ ਨਾਲ ਲਿਪਟਿਆ ਰਹਿੰਦਾ ਹੈ, ਨਾਮ ਜਪਦਾ ਨਹੀਂ, ਬਗਾਨੇ ਘਰਾਂ ਵੱਲ ਵੇਖਦਾ ਰਹਿੰਦਾ ਹੈ। ਇਸ ਗੱਲ 'ਚ ਜਮਾਂ ਦੀ ਰੱਸੀ ਪੈਂਦੀ ਹੈ।
ਕਿਉਂਕਿ ਵੱਡਾ ਹੋਆ ਦੁਨੀਦਾਰ, ਵੱਡਾ ਹੋਆ ਮੈਨੇ ਮਰ ਗਿਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਇਹ ਸਿਰਫ ਦੁਨੀਆਦਾਰ ਜਿਹਨੇ ਕੋਈ ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ, ਸਤਸੰਗ ਨਹੀਂ ਕੀਤਾ, ਇਹੋ ਜਿਹੇ ਜਦੋਂ ਮਰਦਾ ਹੈ ਜਮਦੂਤ ਗਲ 'ਚ ਸੰਗਲ ਪਾ ਕੇ ਲੈ ਜਾਂਦੇ ਨੇ। ਇਸ ਲਈ ਫਿਰ ਗਲ ਦੇ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ। ਹੁਣ ਛੁਟਕਾਰਾ ਕਿਵੇਂ ਹੋਵੇ? ਗੁਰਮੁਖ ਛੂਟਸ ਹਰ ਗੁਣ ਗਾਏ। ਜਿਹੜਾ ਗੁਰਮੁਖ ਹੁੰਦਾ ਹੈ ਉਹ ਹਰੀ ਦੇ ਗੁਣ ਗਾ ਗਾ ਕੇ ਇਹਨਾਂ ਜਮਾਂ ਦੀ ਫਾਹੀ ਤੋਂ ਛੁੱਟ ਜਾਂਦਾ ਹੈ, ਕਿਉਂਕਿ ਗੁਰੂ ਵਾਲਾ ਹੁੰਦਾ ਹੈ। ਗੁਰੂ ਮਹਾਰਾਜ ਉਸਨੂੰ ਗੁਰਮੰਤਰ ਦਿੰਦੇ ਨੇ, ਭਾਈ ਬਾਣੀ ਪੜ੍ਹਿਆ ਕਰ, ਨਾਮ ਜਪਿਆ ਕਰ। ਬਾਣੀ ਪੜ੍ਹਦਿਆਂ ਨਾਮ ਜਪਦਿਆਂ ਉਸ ਦਾ ਛੁਟਕਾਰਾ ਹੋ ਜਾਂਦਾ ਹੈ। ਪਹਿਲਾਂ ਸਮੱਸਿਆ ਦਾ ਵਰਣਨ ਕੀਤਾ ਜਾਂਦਾ, ਫਿਰ ਉਹਦੇ ਅੱਗੇ ਹੱਲ ਦੱਸਿਆ ਹੁੰਦਾ ਹੈ। ਹੱਲ ਦੱਸਿਆ ਭਈ ਮਨਮੁਖ ਹੈ, ਇਹ ਮੁਸੀਬਤ ਕਿਉਂ ਲੋਕ ਫਸਦੇ ਨੇ? ਪਰ ਕਰ ਚੀਤ, ਇਹਨਾਂ ਦਾ ਚਿੱਤ ਬਗਾਨੇ ਘਰ ਵੱਲ ਹੁੰਦਾ ਹੈ। ਇਹਨਾਂ ਦਾ ਮਨ ਡੋਲ ਜਾਂਦਾ ਕਿਸੇ ਦੀ ਚੀਜ਼ ਵੇਖ ਕੇ, ਕਿਸੇ ਦੀ ਸੁੰਦਰ ਲੜਕੀ ਵੇਖ ਕੇ, ਧਨ ਦੌਲਤ ਵੇਖ ਕੇ। ਇਹ ਸੰਸਾਰਕ ਕੰਮਾਂ 'ਚ ਲੱਗੇ ਰਹਿੰਦੇ ਨੇ ਮਨਮੁਖ, ਨਾਮ ਜਪਦੇ ਨਹੀਂ ਹੈਗੇ। ਇਸ ਲਈ ਜਮਾਂ ਦੀ ਫਾਹੀ ਇਹਨਾਂ ਦੇ ਗਲ 'ਚ ਪੈਂਦੀ। ਫਿਰ ਕਹਿੰਦੇ ਹੁਣ ਛੁਟਕਾਰਾ ਕਿਵੇਂ ਹੋਵੇ? ਕਹਿੰਦੇ ਗੁਰਮੁਖ ਬਣਨਾ ਪੈਣਾ ਹੈ। ਗੁਰਮੁਖ ਛੂਟਸ ਹਰ ਗੁਣ ਗਾਏ। ਜਦੋਂ ਬੰਦਾ ਇਹੀ ਬੰਦਾ ਜਦੋਂ ਗੁਰਮੁਖ ਬਣ ਜਾਂਦਾ ਹੈ, ਫਿਰ ਹਰੀ ਦੇ ਗੁਣ ਗਾਉਂਦਾ ਹੈ, ਫਿਰ ਇਹਦਾ ਛੁਟਕਾਰਾ ਹੋ ਜਾਂਦਾ ਹੈ। ਪਰ ਘਰ ਚੀਤ ਮਨ ਮੁਖ ਡੋਲਾਏ, ਪਰ ਘਰ ਚੀਤ ਮਨ ਮੁਖ ਡੋਲਾਏ, ਮਨ ਮੁਖ ਡੋਲਾਏ, ਗਲ ਜੇਵਰੀ ਤੰਦ ਲਪਟਾਏ, ਗਲ ਜੇਵਰੀ ਤੰਦ ਲਪਟਾਏ, ਗੁਰਮੁਖ ਛੂਟਸ ਹਰ ਗੁਣ ਗਾਏ, ਗੁਰਮੁਖ ਛੂਟਸ ਹਰ ਗੁਣ ਗਾਏ, ਕਹਿੰਦੇ ਜਿਉ ਤਨ ਵਿਧਵਾ ਪਰ ਕੋ ਦੇਈ, ਕਾਮ ਦਾਮ ਚਿਤ ਪਰਵਸ ਸਈ, ਬਿਨ ਫਿਰ ਤ੍ਰਿਪਤ ਨ ਕਬਹੂ ਹੋਈ। ਵਿਧਵਾ ਹੈ ਜਿਹਦਾ ਪਤੀ ਮਰ ਗਿਆ ਵਾ, ਉਹਨੂੰ ਕਹਿੰਦੇ ਵਿਧਵਾ। ਜਿਵੇਂ ਵਿਧਵਾ ਹੈ ਕਾਮ ਦੇ ਅਧੀਨ ਆ ਕੇ ਆਪਣਾ ਸਰੀਰ ਬੇਗਾਨੇ ਬੰਦੇ ਨੂੰ ਅਰਪਣ ਕਰ ਦਿੰਦੀ ਹੈ। ਕਿਉਂ ਕਰਦੀ ਹੈ ਉਹ? ਕਾਮ, ਇੱਕ ਦੇ ਕਾਮ ਦੇ ਅਧੀਨ ਹੁੰਦੀ ਹੈ, ਦਾਮ ਦੂਜੇ ਪੈਸੇ ਦੀ ਖਾਤਰ। ਚਿੱਤ ਪਰ ਵਸ ਸਹੀ, ਉਹਦਾ ਚਿੱਤ ਬਗਾਨੇ ਦੇ ਵਸ 'ਚ ਹੋ ਜਾਂਦਾ ਹੈ। ਕਾਮ ਕਾਰਨ, ਮਾਇਆ ਕਾਰਨ। ਪਰ ਤ੍ਰਿਪਤੀ ਫਿਰ ਵੀ ਨਹੀਂ ਹੁੰਦੀ, ਤ੍ਰਿਪਤੀ ਨਹੀਂ ਹੁੰਦੀ। ਬਿਨ ਫਿਰ ਤ੍ਰਿਪਤ ਨਾ ਕਬਹੂ ਹੋਈ। ਪਤੀ ਤੋਂ ਬਿਨਾਂ ਤ੍ਰਿਪਤੀ ਹੁੰਦੀ ਹੀ ਨਹੀਂ ਹੈ। ਪਤੀ ਤੋਂ ਬਿਨਾਂ ਮਨ ਦੀ ਤ੍ਰਿਪਤੀ ਨਹੀਂ ਹੁੰਦੀ ਹੈ। ਭਾਵੇਂ ਬਗਾਨੇ ਨੂੰ ਦੇਈ ਜਾਵੇ, ਸਰੀਰ ਵੇਚੀ ਜਾਵੇ, ਪੈਸੇ ਲਈ ਜਾਵੇ, ਤ੍ਰਿਪਤੀ ਨਹੀਂ ਹੁੰਦੀ। ਪੜ੍ਹ ਪੜ੍ਹ ਪੋਥੀ ਸਿਮਰਤ ਪਾਠਾ, ਵੇਦ ਪੁਰਾਨ ਪੜ੍ਹੈ ਸੁਣ ਥਾਟਾ, ਬਿਨ ਰਸ ਰਾਤੇ ਮਨ ਬਹੁ ਨਾਟਾ।
ਪੜ੍ਹ ਪੜ੍ਹ ਪੋਥੀ ਸਿਮਰਤ ਪਾਠ। ਜਿਹੜੇ ਪੰਡਿਤ ਨੇ ਇਹ ਧਾਰਮਿਕ ਪੋਥੀਆਂ ਪੜ੍ਹਦੇ ਨੇ, ਸਿਮਰਤੀਆਂ ਦੇ ਪਾਠ ਕਰਦੇ ਨੇ। ਹਿੰਦੂਆਂ ਦੇ 4 ਵੇਦ, 6 ਸ਼ਾਸਤਰ, 27 ਸਿਮਰਤੀਆਂ, 18 ਪੁਰਾਣ, ਇਹ ਪ੍ਰਸਿੱਧ ਉਹਦੇ ਧਾਰਮਿਕ ਪੁਸਤਕਾਂ ਨੇ। ਉਹ ਪਾਠ ਕਰਦੇ ਨੇ, ਪੋਥੀਆਂ ਪੜ੍ਹਦੇ ਨੇ, ਸਿਮਰਤੀਆਂ ਪੜ੍ਹਦੇ ਨੇ, ਉਹਨਾਂ ਦੇ ਪਾਠ ਕਰਦੇ ਨੇ। ਵੇਦ ਪੁਰਾਣ ਪੜ੍ਹੈ ਸੁਣ ਥਾਟਾ। ਥਾਟਾ ਹੁੰਦਾ ਵਾਰੀ ਵਾਰੀ। ਕਈ ਵਾਰੀ ਤੁਸੀਂ ਦੇਖਿਆ ਤਬਲੇ ਵੱਲ ਥਾਟ ਹੁੰਦੇ ਹੈ, ਉਹ ਵਾਰੀ ਵਾਰੀ ਵਜਾਉਂਦੇ ਉਸੇ ਤਰ੍ਹਾਂ 'ਤੇ ਹੀ। ਹਾਂ, ਥਾਟਾ ਵਾਰੀ ਵਾਰੀ। ਵੇਦ ਪੁਰਾਣ ਪੜ੍ਹੈ ਸੁਣ ਥਾਟਾ। ਵੇਦਾਂ ਪੁਰਾਣ ਨੂੰ ਵਾਰੀ ਵਾਰੀ ਪੜ੍ਹਦਾ ਸੁਣਦਾ ਹੈ, ਪਰ ਬਿਨ ਰਸ ਰਾਤੇ। ਪਰ ਉਹਨੂੰ ਉਸ 'ਚ ਕੋਈ ਰਸ ਨਹੀਂ ਆ ਰਿਹਾ, ਪਾਠ ਦੇ ਵਿੱਚ ਰਸ ਨਹੀਂ ਆ ਰਿਹਾ। ਮਨ ਬਹੁਤ ਨੱਟ, ਇਸ ਲਈ ਮਨ ਨੱਚਦਾ ਰਹਿੰਦਾ, ਮਨ ਟਿਕਦਾ ਨਹੀਂ ਹੈ। ਤੁਹਾਨੂੰ ਬਾਣੀ ਪੜ੍ਹਨ 'ਚ ਸਵਾਦ ਹੀ ਨਹੀਂ ਆ ਰਿਹਾ, ਤੁਹਾਡਾ ਮਨ ਕਦੇ ਟਿਕੇਗਾ ਹੀ ਨਹੀਂ। ਸਿਮਰਨ ਦੇ ਵਿੱਚ ਤੁਹਾਨੂੰ ਆਨੰਦ ਹੀ ਨਹੀਂ ਆ ਰਿਹਾ, ਮਨ ਨਹੀਂ ਟਿਕੇਗਾ, ਮਨ ਨਹੀਂ ਟਿਕੇਗਾ। ਜਦੋਂ ਬਾਣੀ ਮਿੱਠੀ ਲੱਗੇਗੀ, ਬਾਣੀ ਸਦ ਮਿੱਠੀ ਲੱਗੀ, ਪਾਪ ਵਿਕਾਰ ਗਵਾਇਆ। ਬਾਣੀ ਜਿਹਦੇ ਮਨ ਨੂੰ ਮਿੱਠੀ ਲੱਗਦੀ ਹੈ, ਬਾਣੀ ਪੜ੍ਹਦਿਆਂ ਆਨੰਦ ਆਉਂਦਾ, ਉਹਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ। ਬਾਣੀ ਉਹਦੇ ਸਾਰੇ ਪਾਪਾਂ ਦਾ ਹੀ ਨਾਸ ਕਰ ਦਿੰਦੀ ਹੈ। ਇਹ ਵੇਦ ਪੜ੍ਹਦੇ ਨੇ, ਪੋਥੀਆਂ ਪੜ੍ਹਦੇ ਨੇ, ਸਿਮਰਤੀਆਂ ਪੜ੍ਹਦੇ ਨੇ, ਪੁਰਾਣ ਪੜ੍ਹਦੇ ਨੇ, ਵਾਰੀ ਵਾਰ ਪੜ੍ਹਦੇ ਨੇ, ਪਰ ਇਹਨਾਂ ਨੂੰ ਕੋਈ ਰਸ ਨਹੀਂ ਚਾਹੁੰਦਾ। ਇਹ ਰਸ ਲੈ ਕੇ ਨਹੀਂ ਪੜ੍ਹਦੇ, ਇਸ ਲਈ ਮਨ ਬਹੁਤ ਨਾਟਾ, ਮਨ ਨੱਚਦਾ ਰਹਿੰਦਾ ਹੈ, ਪਰ ਮਨ ਕਦੇ ਕਿਤੇ ਕਦੇ ਕਿਤੇ ਟਿਕਦਾ ਨਹੀਂ। ਜਿਉਂ ਚਾਤਰੀ ਜਲ ਪ੍ਰੇਮ ਪਿਆਸਾ, ਜਿਉਂ ਮੀਨਾ ਜਲ ਮਾਹੇ ਉਲਾਸਾ, ਨਾਨਕ ਹਰ ਰਸ ਪੀ ਤ੍ਰਿਪਤਸ। ਚਾਤਰਿਕ ਹੁੰਦਾ ਪਪੀਹਾ, ਉਹਦਾ ਪਾਣੀ ਨਾਲ ਪਿਆਰ ਹੈ, ਉਹ ਪਾਣੀ ਦਾ ਪਿਆਸਾ ਹੈ, ਪਾਣੀ ਨਾਲ ਉਹਦਾ ਪਿਆਰ ਹੈ। ਜਿਉਂ ਮੀਨਾ ਜਲ ਮਾਹੇ ਉਲਾਸਾ। ਉਲਾਸਾ ਬਣਦੇ ਖੁਸ਼। ਮੱਛੀ ਪਾਣੀ 'ਚ ਖੁਸ਼ ਰਹਿੰਦੀ ਹੈ, ਕਦੇ ਤੁਸੀਂ ਦੇਖੋ ਪਾਣੀ ਨੱਚਦੀ ਹੈ, ਟੱਪਦੀ ਹੈ, ਉਛਲਦੀ ਹੈ। ਮੱਛੀ ਪਾਣੀ ਦੇ ਵਿੱਚ ਖੁਸ਼ ਰਹਿੰਦੀ ਹੈ। ਚਾਤਰਿਕ ਜਿਹੜਾ ਹੈ, ਜਦੋਂ ਪਿਆਸ ਲੱਗਦੀ ਹੈ, ਫਿਰ ਉਹਦਾ ਪਾਣੀ ਨਾਲ ਪਿਆਰ ਹੁੰਦਾ, ਪਾਣੀ ਪੀ ਕੇ ਤ੍ਰਿਪਤ ਹੋ ਜਾਂਦਾ। ਨਾਨਕ ਹਰ ਰਸ ਪੀ ਤ੍ਰਿਪਤਸ। ਇਸ ਤਰ੍ਹਾਂ ਹੀ ਜਿਹੜਾ ਮਨੁੱਖ ਹੈ, ਉਹ ਹਰੀ ਰਸ ਪੀ ਕੇ, ਨਾਮ ਰਸ ਪੀ ਕੇ ਹੀ ਤ੍ਰਿਪਤ ਹੁੰਦਾ ਹੈ। ਚਾਤਰਿਕ ਜਿਹੜਾ ਹੈ, ਸਵਾਂਤੀ ਬੂੰਦ, ਉਹ ਪੀ ਕੇ ਤ੍ਰਿਪਤ ਹੁੰਦਾ ਹੈ। ਮੱਛੀ ਪਾਣੀ ਦੇ ਵਿੱਚ ਖੁਸ਼ ਹੁੰਦੀ, ਪਾਣੀ 'ਚ ਰਹਿ ਕੇ ਖੁਸ਼ ਹੁੰਦੀ ਹੈ। ਇਸ ਤਰ੍ਹਾਂ ਜਿਹੜਾ ਮਨੁੱਖ ਹੈ, ਇਹ ਨਾਮ ਰਸ ਪੀ ਕੇ ਰਜਦਾ ਹੈ, ਇਹਦੀ ਤ੍ਰਿਪਤੀ ਹੁੰਦੀ। ਨਹੀਂ ਤਾਂ ਮਨ ਰਜਦਾ ਹੀ ਨਹੀਂ, ਮਨ ਨਹੀਂ ਰਜਿਆ ਕਰਦਾ, ਢਿੱਡ ਰੱਜ ਜਾਂਦਾ। ਢਿੱਡ ਰੱਜ ਜਾਂਦਾ, ਮਨ ਅਜੇ ਹੋਰ ਵੀ ਖਾਣ ਨੂੰ ਕਰਦਾ ਰਹਿੰਦਾ। ਮਨ ਭੁੱਖਾ ਹੀ ਰਹਿੰਦਾ ਹੈ। ਕਿਉਂ ਭੁੱਖਾ ਰਹਿੰਦਾ? ਕਿਉਂਕਿ ਇਹ ਨਾਮ ਰਸ ਨਹੀਂ ਇਹਨੂੰ ਆਇਆ। ਇਹਨੇ ਨਾਮ ਰਸ ਨਾਲ ਤ੍ਰਿਪਤ ਹੋਣਾ ਸੀ, ਨਾਮ ਰਸ ਅੰਦਰ ਸਬਰ ਸੰਤੋਖ ਪੈਦਾ ਹੋਣਾ ਸੀ। ਨਾਮ ਰਸ ਇਹਨੂੰ ਆਉਂਦਾ ਨਹੀਂ ਹੈ, ਇਸ ਲਈ ਤ੍ਰਿਪਤ ਹੁੰਦਾ ਨਹੀਂ। ਹਾਂ, ਜਦ ਨਾਮ ਰਸ ਆ ਗਿਆ, ਹਰ ਰਸ ਪੀ ਤ੍ਰਿਪਤਸ। ਨਾਮ ਰਸ ਨੂੰ ਪੀ ਕੇ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ ਹੈ। ਜਿਵੇਂ ਚਾਤਰਿਕ ਹੈ, ਸਵੰਤੀ ਬੂੰਦ ਪੀ ਕੇ ਤ੍ਰਿਪਤ ਹੁੰਦਾ। ਮੱਛੀ ਪਾਣੀ ਵਿੱਚ ਰਹਿ ਕੇ ਤ੍ਰਿਪਤ ਹੁੰਦੀ ਹੈ। ਜਿਹੜਾ ਮਨੁੱਖ ਹੈ, ਇਹ ਨਾਮ ਰਸ ਪੀ ਕੇ, ਜਿਹੜਾ ਮਨ ਹੈ, ਨਾਮ ਰਸ ਪੀ ਕੇ ਤ੍ਰਿਪਤ ਹੁੰਦਾ ਹੈ। ਜਿਉਂ ਚਾਤਰਿਕ ਜਲ ਪ੍ਰੇਮ ਪਿਆਸਾ, ਜਿਉਂ ਚਾਤਰਿਕ ਜਲ ਪ੍ਰੇਮ ਪਿਆਸਾ, ਜਿਉਂ ਚਾਤਰਿਕ ਜਲ ਪ੍ਰੇਮ ਪਿਆਸਾ, ਜਿਉਂ ਚਾਤਰਿਕ
ਜਿਉਂ ਜੀ ਜਿਉਂ ਮੀਨਾ ਜਲ ਮਹੇ ਉਲਾਸਾ, ਜਿਉਂ ਮੀਨਾ ਜਲ ਮਹੇ ਉਲਾਸਾ। ਨਾਨਕ ਹਰ ਰਸ ਪੀ ਤ੍ਰਿਪਤਾਸਾ, ਨਾਨਕ ਹਰ ਰਸ ਪੀ ਤ੍ਰਿਪਤਾਸਾ। ਨਾਨਕ ਹਰ ਰਸ ਪੀ ਤ੍ਰਿਪਤਾਸਾ, ਨਾਨਕ ਹਰ ਰਸ ਪੀ ਤ੍ਰਿਪਤਾਸਾ। ਅੱਗੇ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਗੌੜੀ ਮਹੱਲਾ ਪਹਿਲਾ। ਹਠ ਕਰ ਮਰੈ ਨ ਲੇਖੈ ਪਾਵੈ, ਵੇਸ ਕਰੈ ਬਹੁ ਭਸਮ ਲਗਾਵੈ, ਨਾਮ ਵਿਸਾਰ ਬਹੁਰ ਪਛਤਾਵੈ। ਹਠ ਕਰ, ਸਿੱਖ ਧਰਮ 'ਚ ਪ੍ਰੇਮਾ ਭਗਤੀ ਹੈ। ਪਹਿਲਾਂ ਹਠ ਕਰਿਆ ਕਰਦੇ ਸਨ, ਭੁੱਖੇ ਰਹਿੰਦੇ ਸਨ, ਇੱਕ ਲੱਤ ਤੇ ਖਲੋਤੇ ਰਹਿੰਦੇ ਸਨ, ਕੋਈ ਪੁੱਠਾ ਲਟਕ ਰਿਹਾ ਸੀ, ਕੋਈ ਜਲ ਧਾਰਾ ਠੰਡੇ ਪਾਣੀ ਦੀ ਜਲ ਧਾਰਾ ਕਰ, ਕੋਈ ਪਾਥੀਆਂ ਜਲਾ ਕੇ ਉਹ ਸੇਕ ਦੇ ਵਿੱਚ ਬੈਠਾ ਹੋਇਆ ਹੈ। ਇਸ ਤਰ੍ਹਾਂ ਹਠ ਕਰਦੇ ਸਨ। ਕਿਉਂ? ਉਹਨਾਂ ਦਾ ਖਿਆਲ ਸੀ ਵੀ ਜੇ ਅਸੀਂ ਸਰੀਰ ਨੂੰ ਦੁਖੀ ਕਰਾਂਗੇ ਸ਼ਾਇਦ ਮਨ ਵਸ 'ਚ ਆ ਜਾਏਗਾ। ਇਹ ਸੋਚ ਹੀ ਗਲਤ ਸੀ। ਗੁਰੂ ਨਾਨਕ ਦੇਵ ਦੇ ਭਗਤ ਇਸ ਸੰਸਾਰ 'ਚ ਆਏ, ਉਹਨਾਂ ਕਿਹਾ ਨਹੀਂ, ਸਰੀਰ ਦਾ ਕੀ ਕਸੂਰ ਹੈ? ਕਸੂਰ ਤਾਂ ਸਾਰਾ ਮਨ ਦਾ ਹੈ। ਮਨ ਡਰਾਈਵਰ ਹੈ, ਸਰੀਰ ਗੱਡੀ ਹੈ। ਗੱਡੀ ਆਪਣੇ ਆਪ ਚੱਲ ਕੇ ਕਿਤੇ ਨਹੀਂ ਜਾਂਦੀ, ਡਰਾਈਵਰ ਚਲਾ ਕੇ ਜਾਂਦਾ। ਇਸ ਲਈ ਸਾਡੇ ਸਰੀਰ ਨੂੰ ਸਾਡਾ ਮਨ ਚਲਾ ਰਿਹਾ ਹੈ। ਤੁਹਾਡੇ ਮਨ ਨੇ ਕਿਹਾ ਚਲੋ ਸਤਸੰਗ ਚਲੀਏ, ਸਰੀਰ ਸਤਸੰਗ 'ਚ ਆ ਗਿਆ। ਜੇ ਤੁਹਾਡਾ ਮਨ ਕਹਿੰਦਾ ਵੀ ਦੀਵਾਲੀ ਦਾ ਸਮਾਨ ਖਰੀਦਣਾ ਸੀ, ਉਹ ਰਹਿ ਗਿਆ ਹੈ, ਚਲੋ ਖਰੀਦ ਲਿਆਈਏ, ਕੱਲ੍ਹ ਨੂੰ ਜ਼ਿਆਦਾ ਨਾ ਭੀੜ ਹੋ ਜਾਏ, ਮਨ ਬਾਜ਼ਾਰ 'ਚ ਚਲੇ ਜਾਂਦਾ। ਕਈਆਂ ਦਾ ਮਨ ਕਹਿੰਦਾ ਵੀ ਚਲੋ ਯਾਰ ਘੁੱਟ ਘੁੱਟ ਪੀਵੀਏ, ਉਹ ਠੇਕੇ ਚਲੇ ਜਾਂਦਾ ਹੈ। ਮਨ ਹੀ ਸਰੀਰ ਨੂੰ ਇੱਧਰ ਉੱਧਰ ਲੈ ਕੇ ਜਾਂਦਾ ਹੈ। ਇਸ ਲਈ ਕਹਿੰਦੇ ਸਰੀਰ ਦਾ ਕਸੂਰ ਨਹੀਂ, ਤੁਸੀਂ ਸਰੀਰ ਨੂੰ ਕਿਉਂ ਦੁਖੀ ਕਰ ਰਹੇ ਹੋ? ਤੁਸੀਂ ਸਹਿਜ ਸੁਭਾਅ ਪਰਮਾਤਮਾ ਦਾ ਨਾਮ ਜਪੀ ਜਾਓ, ਇਹ ਮਨ ਆਪੇ ਹੀ ਵਸ 'ਚ ਆ ਜਾਵੇਗਾ। ਜਿੱਦੇ ਮਨ ਵਸ 'ਚ ਆ ਗਿਆ, ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ। ਇਸ ਲਈ ਕਹਿੰਦੇ ਹਠ ਕਰ ਮਰੈ ਨਾ ਲੇਖੈ ਪਾਵੇ, ਤੇ ਮਰਨ ਤੋਂ ਭਾਵ ਦੁਖੀ ਹੋਣਾ ਹੈ। ਹਠ ਕਰ ਕਰਕੇ ਭਜਨ ਬੰਦਗੀ ਕਰਦੇ ਨੇ, ਦੁਖੀ ਹੁੰਦੇ ਰਹਿੰਦੇ ਨੇ। ਉਹਨਾਂ ਦੀ ਭਜਨ ਬੰਦਗੀ ਲੇਖੇ 'ਚ ਹੀ ਨਹੀਂ ਪੈਂਦੀ, ਕਿਉਂਕਿ ਅੰਦਰ ਪਿਆਰ ਨਹੀਂ ਹੈ। ਜਿਹਦੀ ਭਜਨ ਬੰਦਗੀ ਕਰ ਰਹੇ ਨੇ ਉਹਦੇ ਪ੍ਰਤੀ ਅੰਦਰ ਪਿਆਰ ਹੀ ਨਹੀਂ ਹੈ, ਬੇਰਸੀ ਹੈ ਭਜਨ ਬੰਦਗੀ। ਵੇਸ ਕਰੇ ਬਹੁ ਭਸਮ ਲਗਾਵੇ, ਇਹੋ ਜਿਹਾ ਫਿਰ ਜੋਗੀਆਂ ਵਾਲਾ ਭੇਸ ਕਰ ਲੈਂਦਾ ਹੈ। ਸਰੀਰ 'ਤੇ ਭਸਮ ਹੁੰਦੀ, ਸੁਆਹ ਮਲ ਲੈਂਦਾ ਹੈ। ਕਈਆਂ ਨੇ ਸਰੀਰ 'ਤੇ ਸੁਆਹ ਮਲੀ ਹੁੰਦੀ, ਉਹਦੇ ਨਾਲ ਕੀ ਹੋ ਜਾਏਗਾ? ਵੀ ਸਰੀਰ 'ਤੇ ਸੁਆਹ ਮਲਣ ਨਾਲ ਕੀ ਮਨ ਕਾਬੂ 'ਚ ਆ ਜਾਏਗਾ? ਕਿੰਨੀ ਐਨਰਜੀ ਲੋਕ ਪਹਿਲਾਂ ਆਪਣੀ ਵੇਸਟ ਕਰ ਦਿੰਦੇ ਸਨ, ਸਾਲਾਂ ਬੱਧੀ ਲੱਗੇ ਰਹਿੰਦੇ ਸਨ। ਹਾਂਜੀ, ਜੇ ਧਾਰਮਿਕ ਗ੍ਰੰਥਾਂ ਨੂੰ ਪੜ੍ਹੋ, ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਲਿਖਿਆ ਲੱਖ ਲੱਖ ਸਾਲ ਭਜਨ ਬੰਦਗੀ ਕਰਦੇ ਰਹਿੰਦੇ ਸਨ। ਕਹਿੰਦੇ ਉਮਰਾਂ ਹੀ ਬੜੀ ਲੰਮੀਆਂ ਸੀ। ਉਹ ਇੰਨੇ ਸਾਲ ਕਰਦੇ ਰਹਿਣਾ ਪਰਮਾਤਮਾ ਦੀ, ਫਿਰ ਵੀ ਪ੍ਰਾਪਤੀ ਨਾ ਹੋਣੀ। ਕਿਉਂ? ਹਠ ਸੀ। ਹਠ ਵਿੱਚ ਹਉਮੈ ਹੁੰਦੀ ਹੈ। ਮਹਾਤਮਾ ਬੁੱਧ ਨੇ ਵੀ 12 ਸਾਲ ਹਠ ਕੀਤਾ, ਮੈਂ ਗਿਆਨ ਪ੍ਰਾਪਤ ਕਰਕੇ ਹੀ ਹਟਾਂਗਾ, ਚਾਹੇ ਮੈਨੂੰ ਭੁੱਖਾ ਪਿਆਸਾ ਕਿਉਂ ਨਾ ਰਹਿਣਾ ਪਵੇ। ਭੁੱਖੇ ਰਹਿ ਰਹਿ ਕੇ ਸੁੱਕ ਕੇ ਤੀਲੇ ਵਰਗੇ ਹੋ ਕੇ।
ਜਿੱਥੇ ਬੋਧ ਗਿਆ ਸਥਾਨ ਹੈ ਬਿਹਾਰ ਦੇ ਵਿੱਚ, ਬਿਹਾਰ ਦੇ ਵਿੱਚ ਇੱਕ ਗਿਆ ਹੈ ਸ਼ਹਿਰ ਬੜਾ ਪ੍ਰਸਿੱਧ, ਉਸ ਤੋਂ 180 ਪਟਨਾ, ਬਿਹਾਰ 'ਚ ਪਟਨਾ ਹੈ, ਪਟਨੇ ਤੋਂ 180 ਕਿਲੋਮੀਟਰ ਦੂਰ ਬੋਧ ਗਿਆ, ਜਿੱਥੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਸੀ। ਉਹਨੂੰ ਕਹਿੰਦੇ ਬੋਧ ਗਿਆ, ਹੈ ਉਦੋਂ ਵੀ ਗਿਆ, ਪਰ ਉਸ ਦਾ ਨਾਂ ਹੈ ਬੋਧ ਗਿਆ। 12 ਸਾਲ ਲੱਗੇ ਰਹੇ, ਨਹੀਂ ਗੱਲ ਬਣੀ, ਬੈਠ ਵੀ ਨਹੀਂ ਹੁੰਦਾ। ਹੁਣ ਲੇਟਣ ਲੱਗੇ ਨੇ, ਕਹਿੰਦੇ ਤੇਰੀ ਮਰਜ਼ੀ, ਨਾਲ ਦੀ ਨਾਲ ਗਿਆਨ ਹੋ ਗਿਆ। ਹੁਣ ਮੈਂ ਛੱਡਤੀ ਨਾ, ਨਿਰੇ ਆਪਣੇ ਯਤਨਾਂ ਨਾਲ ਪਰਮਾਤਮਾ ਨਹੀਂ ਮਿਲਦਾ। ਯਤਨ ਕਰਨਾ ਠੀਕ ਹੈ, ਸਾਨੂੰ ਹੁਕਮ ਹੈ, ਪਰ ਨਿਰੇ ਆਪਣੇ ਯਤਨਾਂ ਨਾਲ ਨਹੀਂ ਮਿਲਦਾ। ਆਪਨ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ, ਜਿਹੜੇ ਪਰਮਾਤਮਾ ਵਿਛੜ ਗਏ ਉਹ ਕਿਉਂ ਰੋਣ, ਜੇ ਆਪਣੇ ਯਤਨ ਨਾਲ ਮਿਲਦਾ ਹੋਵੇ। ਉਹ ਤਾਂ ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲਦਾ। ਪਰਮਾਤਮਾ ਦੀ ਨਜ਼ਰ ਨਾਲ ਮਿਲਦਾ ਹੈ, ਕਿਰਪਾ ਦ੍ਰਿਸ਼ਟੀ ਨਾਲ ਮਿਲਦਾ। ਅਖੰਡਾਂ 'ਚ ਵੀ ਆਹੀ ਹੈ। ਦੇਖੋ, ਪਹਿਲਾ ਧਰਮ ਖੰਡ, ਆਪਾਂ ਇਸ ਵੇਲੇ ਧਰਮ ਖੰਡ 'ਚ ਬੈਠੇ ਹਾਂ। ਸਤ ਸੰਗਤ ਜਿਹੜੀ ਹੈ ਇਹ ਧਰਮ ਖੰਡ ਹੈ। ਧਰਮ ਖੰਡ 'ਚ ਆ ਕੇ ਫਿਰ ਸਾਨੂੰ ਗਿਆਨ ਹੁੰਦਾ ਕਿ ਮਨੁੱਖਾ ਜੀਵਨ ਕਾਹਦੇ ਲਈ ਮਿਲਿਆ ਹੋਇਆ ਹੈ, ਰੱਬ ਦੀ ਪ੍ਰਾਪਤੀ ਲਈ। ਰੱਬ ਦੀ ਪ੍ਰਾਪਤੀ ਕਿਵੇਂ ਹੋਏਗੀ? ਸ਼ੁਭ ਕਰਮ ਕਰਕੇ ਅਤੇ ਨਾਮ ਜਪ ਕੇ। ਇਹ ਹੋ ਗਿਆ ਗਿਆਨ। ਅਸੀਂ ਗਿਆਨ ਖੰਡ 'ਚ ਆ ਗਏ। ਜਦੋਂ ਇਸ ਗਿਆਨ ਦੇ ਅਨੁਸਾਰ ਅਸੀਂ ਮਿਹਨਤ ਕਰਾਂਗੇ, ਭਜਨ ਬੰਦਗੀ ਕਰਦੇ ਰਹਾਂਗੇ, ਕਰੀ ਜਾਵਾਂਗੇ, ਅਸੀਂ ਆ ਗਏ ਸ਼ਰਮ ਖੰਡ 'ਚ। ਸ਼ਰਮ ਮੈਨੇ ਮਿਹਨਤ, ਅਸੀਂ ਸ਼ਰਮ ਖੰਡ 'ਚ ਆ ਗਏ। ਮਿਹਨਤ ਕਰਦਿਆਂ ਕਰਦਿਆਂ ਕਿਸੇ ਦਿਨ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ। ਕਰਮ, ਉਹਨੂੰ ਕਹਿੰਦੇ ਕਰਮ ਬਖਸ਼ਿਸ਼, ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ। ਅਸੀਂ ਕਰਮ ਖੰਡ 'ਚ ਚਲੇ ਗਏ। ਫਿਰ ਲੱਗੇ ਰਹੇ ਭਜਨ ਬੰਦਗੀ ਕਰਨ, ਲੱਗੇ ਰਹੇ। ਇੱਕ ਦਿਨ ਪਰਮਾਤਮਾ ਦੀ ਨਜ਼ਰ ਹੋ ਗਈ, ਕਿਰਪਾ ਦ੍ਰਿਸ਼ਟੀ ਹੋ ਗਈ, ਅਸੀਂ ਸੱਚਖੰਡ 'ਚ ਪਹੁੰਚ ਗਏ। ਬਸ ਅਸੀਂ ਸੱਚਖੰਡ 'ਚ ਪਹੁੰਚ ਗਏ। ਧਰਮ ਖੰਡ ਤੋਂ ਸ਼ੁਰੂ ਹੋਣਾ ਹੈ। ਪਹਿਲਾ ਗਿਆਨ ਹੁੰਦਾ, ਗਿਆਨ ਅਨੁਸਾਰ ਮਨੁੱਖ ਫਿਰ ਭਜਨ ਬੰਦਗੀ ਕਰਦਾ ਹੈ, ਉਹ ਮਿਹਨਤ ਕਰਦਾ। ਮਿਹਨਤ ਕਰਦਿਆਂ ਪਰਮਾਤਮਾ ਦੀ ਕਿਰਪਾ ਹੋ ਜਾਂਦੀ। ਫਿਰ ਅਸੀਂ ਕਰਮ ਖੰਡ 'ਚ ਚਲੇ ਜਾਂਦੇ, ਉੱਥੇ ਫਿਰ ਭਜਨ ਬੰਦਗੀ ਕਰ ਦਿੰਦੇ। ਇੱਕ ਦਿਨ ਨਜ਼ਰ ਹੋ ਜਾਂਦੀ ਉਹਦੀ, ਫਿਰ ਅਸੀਂ ਸੱਚਖੰਡ 'ਚ ਪਹੁੰਚ ਜਾਂਦੇ। ਇਸ ਲਈ ਸਿੱਖ ਧਰਮ ਦੇ ਵਿੱਚ ਕੋਈ ਹੱਠ ਕਰਮ ਕਰਨ ਦੀ ਲੋੜ ਨਹੀਂ। ਪਿਆਰ ਸਹਿਤ ਸਤ ਸੰਗਤ ਕਰਨੀ ਹੈ ਗੁਰੂ ਦੀ। ਫਿਰ ਜਿਵੇਂ ਗੁਰੂ ਮਹਾਰਾਜ ਕਹਿੰਦੇ ਨੇ ਉਵੇਂ ਕਰਨਾ, ਬਸ ਇੱਕ ਦਿਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਵੇਸ ਕਰਾਏ ਬਹੁ ਭਸਮ ਲਗਾਵੇ। ਵਿਸ਼ੇਸ਼ ਪ੍ਰਕਾਰ ਦੇ ਕੱਪੜੇ ਪਾਉਂਦਾ ਹੈ। ਜੋਗੀਆਂ ਦੇ ਜੋਗੀ ਰੰਗ ਦੇ ਕੱਪੜੇ ਪਾਏ ਹੁੰਦੇ ਨੇ, ਤਾਂ ਜੇ ਪਤਾ ਲੱਗੇ ਇਹ ਜੋਗੀ ਹੈ। ਸਿੱਖ ਧਰਮ 'ਚ ਆਮ ਤੌਰ 'ਤੇ ਸਾਧੂਆਂ ਦੇ ਚਿੱਟੇ ਕੱਪੜੇ ਪਾਏ ਹੁੰਦੇ ਨੇ। ਉਹਨਾਂ ਦੇ ਚੋਲਿਆਂ ਤੋਂ ਪਤਾ ਲੱਗਦਾ ਵੀ ਇਹ ਕੋਈ ਸਾਧੂ, ਕੋਈ ਮਹਾਤਮਾ ਹੈ। ਪਰ ਇਹ ਪਹਿਰਾਵਿਆਂ ਨਾਲ ਰੱਬ ਨਹੀਂ ਮਿਲਦਾ ਹੈ। ਇਹ ਤਾਂ ਇੱਕ ਡਿਸਟਿੰਕਸ਼ਨ ਹੈ। ਆਮ ਬੰਦੇ ਅਤੇ ਧਾਰਮਿਕ ਬੰਦੇ 'ਚ ਪਤਾ ਲੱਗਦਾ ਵੀ ਇਹ ਧਾਰਮਿਕ ਬੰਦਾ ਕੋਈ ਜਾ ਰਿਹਾ ਹੈ, ਧਾਰਮਿਕ ਬੰਦਾ ਜਾ ਰਿਹਾ ਕੋਈ। ਮੰਨ ਲਓ ਮੇਰੇ ਪਜਾਮੀ ਵੀ ਨਾ ਪਾਈ ਹੋਵੇ, ਆਹ ਦੂਜਾ ਕਮੀਜ਼ ਪਜਾਮਾ ਪਾਇਆ ਜਿਹੋ ਜਿਹੇ ਤੁਸੀਂ ਪਾਉਂਦੇ ਹੋ, ਅਤੇ ਗਲ 'ਚ ਕੱਪੜਾ ਵੀ ਨਾ ਪਾਇਆ ਹੋਵੇ, ਤਾਂ ਮੈਨੂੰ ਤਾਂ ਕੋਈ ਵੀ ਨਮਸਕਾਰ ਨਹੀਂ ਕਰੇ। ਕੋਈ ਧਾਰਮਿਕ ਬੰਦਾ ਸਮਝੇਗਾ ਹੀ ਨਹੀਂ ਵੀ ਉਹ ਸੰਸਾਰੀ ਬੰਦਾ ਜਾ ਰਿਹਾ ਹੈ। ਆਹ ਗਲ 'ਚ 80 ਰੁਪਏ ਦਾ ਕੁੱਲ ਕੱਪੜਾ ਹੈਗਾ ਹੈ ਨਾ, ਇਹਦਾ ਬੜਾ ਹੀ ਸਤਿਕਾਰ ਹੈ। ਮੈਂ ਅਕਾਲੀ ਬਾਬਾ ਫੂਲਾ ਸਿੰਘ ਦੇ ਪਿੰਡੋਂ ਆ ਰਿਹਾ ਸੀ, ਰਾਹ 'ਚ ਮੂਣਕ ਆਉਂਦੇ ਸੀ। ਮੈਂ ਆਪ ਹੀ ਕਾਰ ਚਲਾ ਰਿਹਾ ਹਾਂ, 3 ਕਾਰਾਂ 'ਤੇ ਅਸੀਂ ਆ ਰਹੇ ਹਾਂ। ਸਭ ਤੋਂ ਅੱਗੇ ਸਾਡੀ ਸੀ। ਪੁਲਿਸ ਦਾ ਨਾਕਾ ਲੱਗਾ ਹੋਇਆ ਹੈ। ਨੌਜਵਾਨ ਸਿਪਾਹੀ ਸੀ, ਉਹਨੇ ਹੱਥ ਦਿੱਤਾ। ਮੈਂ ਕਾਰ ਰੋਕ ਲਈ, ਕਾਰ ਰੋਕ। ਇੱਕ ਵੱਡੀ ਉਮਰ ਦਾ ਸਿਪਾਹੀ ਸੀ, ਉਹ ਕਹਿੰਦਾ ਮੂਰਖਾ, ਬੰਦਾ ਇੱਕ ਬੰਦਾ ਤਾਂ ਵੇਖ ਲਈ ਜਾਂਦਾ,
ਦਿਸ ਨਹੀਂ ਰਿਹਾ ਉਹਨਾਂ ਗਲ 'ਚ ਕੱਪੜਾ ਪਾਇਆ ਹੋਇਆ, ਕਹੇ ਜਾਓ ਜੀ ਬਾਬਾ ਜੀ ਜਾਓ ਜੀ ਜਾਓ। ਮੈਂ ਯਾਰ ਕਮਾਲ ਹੈ, ਇਸ 80 ਰੁਪਏ 'ਚ ਕਿੰਨੀ ਤਾਕਤ ਹੈ, ਨਹੀਂ ਤਾਂ 200-400 ਲੈ ਹੀ ਲੈਣਾ ਸੀ ਭਾਵੇਂ ਸਭ ਕੁਝ ਠੀਕ ਹੋਵੇ। ਐਂ ਮੈਂ ਥੇੜੀ ਸਾਹਿਬ ਨੂੰ ਜਾ ਰਿਹਾ ਸੀ, ਗਲ 'ਚ ਇਸਤਰੀ ਪਾਇਆ ਮੇਰੇ, ਅਤੇ ਆ ਜਿੱਥੇ ਹੁਣ ਪੁਲ ਬਣ ਗਿਆ ਹੈ ਰੇਲਵੇ ਲਾਈਨ, ਪਹਿਲਾਂ ਇੱਥੇ ਹੁੰਦੀ ਸੀ, ਇਹ ਰੇਲਵੇ ਲਾਈਨ ਟੱਪ ਕੇ ਅੱਗੇ ਨਾਕਾ ਲੱਗਾ ਹੋਇਆ ਹੈ। ਮੈਂ ਸਕੂਟਰ 'ਤੇ ਜਾ ਰਿਹਾ, ਹੱਥ ਦਿੱਤਾ, ਮੈਂ ਸਕੂਟਰ ਸਲੋ ਕਰ ਲਿਆ। ਇੱਕ ਹੋਰ ਸਿਪਾਹੀ ਵੱਡੀ ਉਮਰ ਦਾ ਖੜਾ ਸੀ, ਉਹ ਕਹਿੰਦਾ ਬੰਦਾ ਇੱਕ ਬੰਦਾ ਤੇ ਵੇ, ਤੇ ਨਹੀਂ ਪਤਾ ਗਲ 'ਚ ਕੱਪੜਾ ਪਾਇਆ, ਕਿਤੇ ਪਾਠ ਕਰਨ ਚੱਲੇ ਹੋਣਗੇ, ਜਾਓ ਜੀ। ਕਹਿੰਦਾ ਬਾਬਾ ਜਾਓ। ਇਸ ਕੱਪੜੇ ਦਾ ਸਤਿਕਾਰ ਕਾਇਮ ਰੱਖਣਾ ਸਾਡੇ ਵੱਸ 'ਚ ਹੈ। ਅਗਰ ਅਸੀਂ ਹੀ ਸਤਿਕਾਰ ਗਵਾ ਲਵਾਂਗੇ ਫਿਰ ਨਹੀਂ, ਫਿਰ ਦੂਜਿਆਂ ਦੀ ਵੀ ਬਦਨਾਮੀ ਦੀ ਐਵੇਂ ਲੋਕ ਪਾਈ ਫਿਰਦੇ, ਐਵੇਂ ਪਾਈ ਫਿਰਦੇ। ਜੇ ਵਿਸ਼ੇਸ਼ ਪ੍ਰਕਾਰ ਦੇ ਕੱਪੜੇ ਪਾਉਣੇ ਫਿਰ ਉਹ ਗੁਣ ਵੀ ਅੰਦਰ ਹੋਣੇ ਚਾਹੀਦੇ ਨੇ। ਇਹ ਨਾ ਹੋਵੇ ਨਿਰੇ ਕੱਪੜੇ ਵੇਸ ਕਰੇ ਬਹੁਤ ਭਸਮ ਲਗਾਵੇ, ਸਰੀਰ 'ਤੇ ਸੁਆਹ ਵੀ ਮਿਲੀ ਹੋਈ ਹੈ, ਵਿਸ਼ੇਸ਼ ਪ੍ਰਕਾਰ ਦੇ ਕੱਪੜੇ ਵੀ ਪਾਏ ਹੋਏ ਹਨ। ਨਾਮ ਵਿਸਾਰ ਬਹੁਰ ਪਛਤਾਵੇ, ਪਰ ਨਾਮ ਜਪਦਾ ਨਹੀਂ, ਇਸ ਲਈ ਪਛਤਾਉਂਦਾ ਰਹਿੰਦਾ ਹੈ, ਇਸ ਲਈ ਪਛਤਾਉਂਦਾ ਰਹਿੰਦਾ। ਹਠ ਕਰਦਾ ਹੈ, ਵੇਸ ਕਰਦਾ, ਵਿਸ਼ੇਸ਼ ਪ੍ਰਕਾਰ ਦੇ ਕੱਪੜੇ ਪਾਉਂਦਾ, ਪਿੰਡੇ 'ਤੇ ਸੁਆਹ ਮਿਲਦਾ ਹੈ, ਪਰ ਨਾਮ ਨਹੀਂ ਜਪਦਾ, ਇਸ ਲਈ ਫਿਰ ਬਾਅਦ 'ਚ ਪਛਤਾਉਂਦਾ ਹੈ। ਤੂੰ ਮਨ ਹਰ ਜੀਓ ਤੂੰ ਮਨ ਸੂਖ, ਨਾਮ ਵਿਸਾਰ ਸਹਿ ਜਮ ਦੁਖ। ਹੈ ਮਨਾ ਤੂੰ ਮਨ ਹਰ ਜੀਓ, ਮਨ ਵਿੱਚ ਹੈ ਮਨਾ, ਤੇਰੇ ਮਨ 'ਚ ਪਰਮਾਤਮਾ ਵਸਦਾ। ਤੂੰ ਮਨ ਸੁਖ, ਤੇਰੇ ਮਨ 'ਚ ਸੁਖ ਵੀ ਵਸਦਾ ਹੈ, ਪਰ ਨਾਮ ਵਿਸਾਰ, ਤੂੰ ਨਾਮ ਨਹੀਂ ਜਪਦਾ, ਇਸ ਕਾਰਨ ਸਹਿ ਜਮ ਦੁਖ, ਤੂੰ ਜਮਾਂ ਦਾ ਦੁੱਖ ਸਹੇਗਾ। ਹੈ ਤੇਰੇ ਕੋਲ ਸਭ ਕੁਛ, ਤੇਰੇ ਮਨ 'ਚ ਹਰੀ ਵਸਦਾ ਹੈ, ਤੇਰੇ ਮਨ 'ਚ ਸੁਖ ਵਸਦਾ ਹੈ, ਪਰ ਨਾਮ ਵਿਸਾਰ ਕੇ ਤੂੰ ਜਮਾਂ ਦਾ ਦੁੱਖ ਸਹੇਗਾ। ਉਹਨੇ ਡੰਡੇ ਮਾਰਨੇ ਵੀ ਨਾਮ ਕਿਉਂ ਨਹੀਂ ਜਪਿਆ। ਤੂੰ ਮਨ ਹਰ ਜੀਓ ਤੂੰ ਮਨ ਸੁਖ, ਤੂੰ ਮਨ ਹਰ ਜੀਓ ਤੂੰ ਮਨ ਸੁਖ। ਤੂੰ ਮਨ ਹਰ ਜੀਓ ਤੂੰ ਮਨ ਸੁਖ, ਤੂੰ ਮਨ ਹਰ ਜੀਓ ਤੂੰ ਮਨ ਸੁਖ। ਨਾਮ ਵਿਸਾਰ ਸਹਿ ਜਮ ਦੁਖ, ਨਾਮ ਵਿਸਾਰ ਸਹਿ ਜਮ ਦੁਖ। ਨਾਮ ਵਿਸਾਰ ਸਹਿ ਜਮ ਦੁਖ, ਨਾਮ ਵਿਸਾਰ ਸਹਿ ਜਮ ਦੁਖ। ਅੱਗੇ ਕਹਿੰਦੇ ਚੋਆ ਚੰਦਨ ਅਗਰ ਕਪੂਰ, ਮਾਇਆ ਮਗਨ ਪਰਮ ਪਦ ਦੂਰ। ਮਾਇਆ ਦੀ ਮਸਤੀ ਹੈ, ਮਗਨ ਮਸਤੀ, ਮਾਇਆ 'ਚ ਮਗਨ ਹੈ। ਚੂਹਾ ਲਾਉਂਦਾ, ਸੈਂਟ ਛਿੜਕਦਾ ਆਪਣੇ 'ਤੇ, ਚੰਦਨ ਦਾ ਵੀ ਲੇਪ ਕਰਦਾ ਹੈ। ਅਗਰ ਜੇ ਅਗਰਬੱਤੀ ਹੁੰਦੀ ਕਿ ਨਾ, ਅਗਰ ਦੀ ਇੱਕ ਲੱਕੜੀ ਹੁੰਦੀ ਹੈ ਜਿਸ 'ਚ ਸੁਗੰਧੀ ਆਉਂਦੀ ਹੈ। ਕਪੂਰ, ਮੁਸ਼ਕ ਕਪੂਰ ਜਿਹਨੂੰ ਕਹਿੰਦੇ, ਉਹ ਵੀ ਉੱਡਦਾ, ਉਹਦੀ ਵੀ ਸੁਗੰਧੀ ਹੁੰਦੀ ਹੈ। ਬੜੀਆਂ ਸੁਗੰਧੀਆਂ ਸਰੀਰ 'ਤੇ ਲਾਈਆਂ ਹੋਈਆਂ ਹਨ, ਪਰ ਮਾਇਆ 'ਚ ਮਸਤ ਹੋਣ ਕਰਕੇ ਪਰਮ ਪਦ ਦੂਰ। ਉਹ ਪਦ ਜਿੱਥੇ ਜਾ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ, ਉਹਨੂੰ ਕਹਿੰਦੇ ਪਰਮ ਪਦ। ਪਰਮ ਪਦ ਵੀ ਤਾਂ ਦੂਰ ਰਹਿ ਜਾਂਦਾ, ਕਿਉਂਕਿ ਸਾਰਾ ਧਿਆਨ ਮਾਇਆ 'ਚ ਹੈ। ਸਾਰਾ ਧਿਆਨ ਆਪਣੇ ਨੂੰ ਸਜਾਉਣ ਵਿੱਚ ਹੈ, ਵੀ ਮੈਂ ਜਦੋਂ ਤੁਰਾਂ ਲੋਕਾਂ ਨੂੰ ਖੁਸ਼ਬੂ ਆਵੇ। ਆਪਾਂ ਜਿਹੜੀ ਸੁਗੰਧੀਆਂ ਲਾਉਂਦੇ ਆਪਣੇ ਲਈ ਨਹੀਂ ਬਹੁਤਾ ਲਾਉਂਦੇ ਵੀ ਸਾਨੂੰ ਸੁਗੰਧੀ ਆਵੇ, ਵੀ ਲੋਕਾਂ ਨੂੰ ਸੁਗੰਧੀ ਆਵੇ। ਕੋਲ ਲੰਘੀ ਗੱਲ ਆਹਾ ਹਾ ਹਾ, ਹਾਂ ਹਲਕੇ ਨਲਕੇ ਆਹਾ ਹਾ, ਇਸ ਲਈ ਲਾਏ ਜਾ ਰਹੇ। ਜਿਹੜੇ ਥੋੜ੍ਹੇ ਸਿਆਣੇ ਨੇ ਉਹ ਇਸ ਲਈ ਲਾਉਂਦੇ ਨੇ
ਜਿੱਥੇ ਜਿੱਥੇ ਉਹਨਾਂ ਪਸੀਨਾ ਜ਼ਿਆਦਾ ਹੁੰਦਾ, ਕੱਛਾਂ 'ਚ ਪਸੀਨਾ ਜ਼ਿਆਦਾ ਹੁੰਦਾ, ਉੱਥੇ ਥੋੜ੍ਹਾ ਸੈਂਟ ਛਿੜਕ ਲੈਂਦੇ ਨੇ ਵੀ ਗਰਮੀਆਂ ਦਾ ਮੌਸਮ ਹੈ। ਮੇਰੇ ਨਾਲ ਕੋਈ ਬੈਠਾ ਹੋਵੇਗਾ, ਉਹ ਪਸੀਨੇ ਦੀ ਸਮੈਲ ਆਉਂਦੀ, ਤੁਹਾਨੂੰ ਪਤਾ, ਉਹ ਇਸ ਲਈ ਵੀ ਕਈ ਵਾਰੀ ਛਿੜਕ ਲੈਂਦੇ। ਪਰ ਧਿਆਨ ਸਾਰਾ ਮਾਇਆ 'ਚ ਹੈ, ਧਿਆਨ ਸਾਰਾ ਆਪਣੇ ਆਪ ਨੂੰ ਸਜਾਉਣ ਵਿੱਚ ਹੈ, ਇਸ ਲਈ ਪਰਮ ਪਦਵੀ ਤੋਂ ਦੂਰ ਰਹਿ ਜਾਂਦਾ ਹੈ। ਨਾਮ ਵਿਸਾਰਿਆ ਸਭ ਕੂੜੋ ਕੂੜ, ਨਾਮ ਨੂੰ ਭੁਲਾ ਕੇ ਸਭ ਕੂੜ ਹੀ ਕੂੜ ਹੈ। ਹਰ ਇੱਕ ਚੀਜ਼ ਨਾਸ਼ਵਾਨ ਹੈ। ਨਾਮ ਨੇ ਸਦਾ ਰਹਿਣਾ ਸੀ, ਨਾਮ ਨੇ ਭੁਲਾ ਦਿੱਤਾ ਹੈ। ਨੇਜੇ ਵਾਜੇ ਤਖਤ ਸਲਾਮ, ਅਦ ਕੀ ਤ੍ਰਿਸ਼ਨ ਵਿਆਪੈ ਕਾਮ, ਬਿਨ ਹਰ ਜਾਚੇ ਭਗਤ ਨਾ ਨਾਮ। ਮੰਨ ਲਓ ਨੇਜ਼ਿਆਂ ਵਾਲੇ ਬੰਦੇ ਕੋਲ ਹੋਣ, ਵਾਜੇ ਵਜਾਉਣ ਵਾਲੇ ਬੰਦੇ ਹੋਣ, ਤਖਤ 'ਤੇ ਬੈਠੇ ਲੋਕ ਸਲਾਮਾਂ ਕਰਦੇ ਹੋਣ, ਅਦ ਕੀ ਤ੍ਰਿਸ਼ਨਾ, ਇਹਨਾਂ ਚੀਜ਼ਾਂ ਸਭ ਤ੍ਰਿਸ਼ਨਾਵਾਂ ਵੱਧਦੀਆਂ ਨੇ। ਅਦ ਕੀ ਅਧਿਕ ਹੋ ਗਈ, ਵੱਧ ਗਈ, ਤ੍ਰਿਸ਼ਨਾ ਵੱਧਦੀ ਹੈ। ਵਿਆਪੈ ਕਾਮ, ਅੰਦਰ ਕਾਮ ਦਾ ਪ੍ਰਭਾਵ ਵੱਧ ਜਾਂਦਾ ਹੈ। ਹੁਣ ਹੋਵੇ ਕਿ ਬਿਨ ਹਰ ਜਾਚੇ ਭਗਤ ਨਾ ਨਾਮ, ਹਰੀ ਨੂੰ ਬੇਨਤੀ ਕੀਤੇ ਬਿਨਾ ਨਾ ਭਗਤੀ ਤੇ ਨਾ ਨਾਮ ਦੀ ਦਾਤ ਨਹੀਂ ਮਿਲਦੀ ਹੈ। ਜਾਚੇ, ਯਾਚਨਾ ਕਰਨਾ, ਬੇਨਤੀ ਕਰਨਾ, ਹਰੀ ਤੋਂ ਬਿਨਾ ਹੀ ਭਗਤੀ ਦੀ ਦਾਤ ਮੰਗਣੀ ਹੈ, ਹਰੀ ਤੋਂ ਹੀ ਨਾਮ ਦੀ ਦਾਤ ਮੰਗਣੀ ਹੈ, ਤਾਂ ਜਾ ਕੇ ਉਹ ਗੱਲ ਬਣੇਗੀ। ਇਹ ਨਹੀਂ ਕਿ ਬਹੁਤ ਸਾਰੀ ਫੌਜ ਹੋ ਗਈ ਹੈ, ਪਹਿਰੇਦਾਰ ਹੋ ਗਏ ਨੇ, ਲੋਕ ਸਲਾਮਾਂ ਕਰਦੇ ਨੇ, ਉਹਦੇ ਨਾਲ ਤ੍ਰਿਸ਼ਨਾ ਵੱਧਦੀ ਹੈ, ਕਾਮ ਭਾਵਨਾ ਵੱਧਦੀ ਹੈ। ਅਤੇ ਭਗਤੀ ਤਾਂ ਤਾਂ ਹੋਏਗੀ, ਨਾਮ ਤੇ ਤਾਂ ਮਿਲੇ ਜੇ ਪਰਮਾਤਮਾ ਅੱਗੇ ਬੇਨਤੀ ਕਰੇਗਾ। ਵਾਦ ਅਹੰਕਾਰ ਨਾਹੀ ਪ੍ਰਭ ਮੇਲਾ, ਮਨ ਦੇ ਭਾਵੇਂ ਨਾਮ ਸੁਹੇਲਾ, ਦੂਜੈ ਭਾਏ ਅਗਿਆਨ ਦੁਹੇਲਾ। ਵਾਦ, ਪੁਰਾਣੇ ਜ਼ਮਾਨੇ ਕੀ ਕਰਦੇ ਸਨ? ਗ੍ਰੰਥ ਪੜ੍ਹਦੇ ਸਨ, ਫਿਰ ਬਹਿਸ ਕਰਦੇ ਸਨ ਆਪਸ 'ਚ, ਵਾਦ ਵਿਵਾਦ ਕਰਦੇ ਸਨ। ਫਿਰ ਜਿੱਤ ਜਾਂਦਾ ਸੀ ਜਿਹੜਾ, ਉਹ ਹਉਮੈ ਕਰਦਾ ਸੀ ਵੀ ਮੈਂ ਬੜਾ ਵੱਡਾ ਵਿਦਵਾਨ ਹਾਂ, ਹਉਮੈ ਕਰਦੇ। ਕਿਸੇ ਨੂੰ ਇੱਕ ਵੇਦ ਯਾਦ, ਉਹ ਹਉਮੈ ਕਰਦਾ ਸੀ। ਇੱਕ ਵੇਦ ਜਿਹਨੂੰ ਯਾਦ, ਉਹਨੂੰ ਕਹਿੰਦੇ ਸੀ ਵੇਦੀ, ਜਿਹਨੂੰ ਆਮ ਪੰਜਾਬ ਕਹਿੰਦੇ ਬੇਦੀ। ਇੱਥੋਂ ਹੀ ਚੱਲਿਆ ਹੁਣ, ਜਿਹੜਾ ਵੱਡਾ ਵਡੇਰਾ ਹੋਣਾ ਬੇਦੀਆਂ ਦਾ, ਉਹਨੂੰ ਵੇਦ ਯਾਦ ਹੋਣਾ। ਜਿਸ ਬੰਦੇ ਨੂੰ ਇੱਕ ਵੇਦ ਯਾਦ ਹੈ, ਉਹਨੂੰ ਕਹਿੰਦੇ ਵੇਦੀ। ਅਤੇ ਪੰਜਾਬੀਆਂ ਦੇ ਯਾਦ ਵਾਹਵੇ ਤੋਂ ਬੱਬਾ ਬਣਾ ਲੈਂਦੇ ਨੇ ਬੇਦੀ। ਅੱਗੇ ਫਿਰ ਉਸ ਤੋਂ ਅੱਗੇ ਕੁਲ ਚੱਲ ਪਈ ਬੇਦੀ। ਜਿਹਨੂੰ ਦੋ ਵੇਦ ਯਾਦ, ਉਹਨੂੰ ਕਹਿੰਦੇ ਦਵੇਦੀ। ਹੁਣ ਵੀ ਬਹੁਤਾਂ ਦੀ ਗੁੱਤ ਦਵੇਦੀ ਹੈਗੀ। ਜਿਹਨੂੰ ਤਿੰਨ ਵੇਦ ਯਾਦ, ਉਹਨੂੰ ਕਹਿੰਦੇ ਤ੍ਰਿਵੇਦੀ। ਹੁਣ ਵੀ ਤ੍ਰਿਵੇਦੀ ਬਹੁਤ ਸਾਰੇ ਲੋਕ ਨੇ, ਇਹ ਗੋਤ ਬਣ ਗਈ ਅੱਗੇ। ਅਤੇ ਜਿਹਨੂੰ ਚਾਰੇ ਵੇਦ ਯਾਦ, ਉਹਨੂੰ ਕਹਿੰਦੇ ਚਤੁਰਵੇਦੀ। ਅੱਗੇ ਇਹ ਜਾਤਾਂ ਬਣ ਗਈਆਂ। ਜਿਹਨੇ ਇੱਕ ਵੇਦ ਯਾਦ ਕਰ ਲਿਆ, ਉਹਨੂੰ ਕਹਿੰਦੇ ਵੇਦੀ। ਜਿਹਨੇ ਦੋ ਕਰ ਲਏ ਦਵੇਦੀ, ਜਿਹਨੇ ਤਿੰਨ ਕਰ ਲਏ ਤ੍ਰਿਵੇਦੀ, ਜਿਹਨੇ ਚਾਰ ਕਰ ਲਏ ਚਤੁਰਵੇਦੀ। ਉਹਨਾਂ ਤੋਂ ਅੱਗੇ ਗੋਤਾ ਬਣ ਗਿਆ ਇਹ। ਹੁਣ ਕਿਸੇ ਨੇ ਭਾਵੇਂ ਵੇਦ ਆਵੇ ਨਾ ਆਵੇ, ਆਓ ਜੀ ਬੇਦੀ ਸਾਹਿਬ, ਆਓ ਜੀ ਬੇਦੀ ਸਾਹਿਬ, ਭਾਵੇਂ ਵੇਦ ਵੇਖਿਆ ਵੀ ਨਾ ਹੋਵੇ ਵੀ ਉਹਦੀ ਸ਼ਕਲ ਕਿਹੋ ਜਿਹੀ ਹੈ। ਇਸ ਲਈ ਹੁਣ ਇਹ ਗੋਤਾ ਬਣ ਗਏ ਨੇ। ਸੋ ਵਾਦ ਵਿਵਾਦ ਕਰਦੇ ਸਨ, ਬਹਿਸਾਂ ਕਰਦੇ ਸਨ। ਹੰਕਾਰ ਦਾ ਸੀ ਵਿਆਹ ਹੈ। ਮੈਨੂੰ ਇੱਕ ਵੇਦ ਯਾਦ ਹੈ, ਕੋਈ ਕਹੇ ਮੈਨੂੰ ਦੋ ਯਾਦ ਨੇ, ਕੋਈ ਕਹੇ ਤਿੰਨ ਯਾਦ ਨੇ, ਕੋਈ ਚਾਰ ਯਾਦ ਨੇ। ਹਾਂਜੀ, ਫਿਰ ਬਹਿਸ ਕਰਦੇ ਸਨ। ਵਾਦ, ਉਹਦੇ ਫਿਰ ਕਿਹਦੇ ਹੰਕਾਰ ਪੈਦਾ ਹੁੰਦਾ ਸੀ। ਵਾਦ ਵਿਵਾਦ ਕਰਨ ਨਾਲ, ਹੰਕਾਰ ਕਰਨ ਨਾਲ ਨਾ ਹੀ ਪ੍ਰਭ ਮੇਲਾ, ਪਰਮਾਤਮਾ ਨਾਲ ਮੇਲ ਨਹੀਂ ਹੁੰਦਾ। ਜੇ ਧਾਰਮਿਕ ਗ੍ਰੰਥਾਂ ਦੇ ਵਾਦ ਵਿਵਾਦ ਕਰੀ ਜਾਓ, ਫਿਰ ਵਾਦ ਵਿਵਾਦ ਕਰਕੇ ਹੰਕਾਰ ਕਰੋ, ਇਸ ਤਰ੍ਹਾਂ ਪਰਮਾਤਮਾ ਨਾਲ ਮੇਲ ਨਹੀਂ ਹੁੰਦਾ। ਧਾਰਮਿਕ ਗ੍ਰੰਥ ਬਹਿਸਾਂ ਕਰਨ ਲਈ ਨਹੀਂ ਹੈਗੇ। ਧਾਰਮਿਕ ਗ੍ਰੰਥ ਸਾਨੂੰ ਸਿੱਖਿਆ ਦਿੰਦੇ ਨੇ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਨਾ ਕਰੋ। ਬਾਣੀ ਦੋ ਹੀ ਗੱਲਾਂ ਲਿਖੀਆਂ ਨੇ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਨਾ ਕਰੋ। ਦੱਸ, ਇੱਕ ਲਾਈਨ ਪੜ੍ਹ ਲਓ,
ਫਿਰ ਦੇਖੋ ਕੀ ਗਿਆ ਗੁਰੂ ਮਹਾਰਾਜ ਨੇ, ਕੀ ਮੈਂ ਉਸ ਤਰ੍ਹਾਂ ਕਰਦਾ, ਨਹੀਂ ਕਰਦਾ ਤੇ ਭਾਈ ਕਰਨ ਲੱਗ ਜਾਓ। ਤੁਸੀਂ ਸੁਖਮਨੀ ਸਾਹਿਬ ਪੜ੍ਹਨ ਲੱਗੇ ਹੋ, ਪ੍ਰਭ ਕੈ ਸਿਮਰਨ, ਤੇ ਪਹਿਲੀ ਲਾਈਨ ਕੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵਾਂ। ਸਾਰੇ ਸੁੱਖ ਚਾਹੁੰਦੇ ਨੇ ਕਿ ਨਹੀਂ? ਤੇ ਬਾਣੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵਾਂ। ਮੈਂ ਸਿਮਰਨ ਕਰਦਾ ਸੁੱਖ ਪਾਉਂਦਾ, ਆਪਾਂ ਵੀ ਕਰ ਲਓ ਸਿਮਰਨ, ਸੁੱਖ ਪਾ ਲਾਂਗੇ। ਜੇ ਪੰਚਮ ਪਾਤਸ਼ਾਹ ਨੂੰ ਮਿਲ ਸਕਦਾ ਤਾਂ ਸਾਨੂੰ ਨਹੀਂ ਮਿਲ ਸਕਦਾ। ਬਾਣੀ ਵਿੱਚ ਜੋ ਲਿਖਿਆ ਹੋਇਆ ਹੈ ਉਹ ਹੀ ਮੰਨਣਾ ਚਾਹੀਦਾ। ਠੀਕ ਹੈ, ਬਾਣੀ ਪੜ੍ਹਨ ਦਾ ਆਪਣਾ ਲਾਭ ਹੈ, ਐਵੇਂ ਨਹੀਂ ਜਾਂਦੀ ਬਾਣੀ। ਦੇਖੋ ਗੁਰੂ ਮਹਾਰਾਜ ਵੇਲੇ ਹੀ ਗਾਈ ਜਾਂਦੀ ਸੀ। ਗੁਰੂ ਮਹਾਰਾਜ ਨੇ ਕੀਰਤਨੀ ਰੱਖੇ ਹੋਏ ਸਨ, ਬਾਣੀ ਗਾਉਂਦੇ ਸਨ, ਕੋਈ ਲਾਭ ਸੀ ਤਾਂ ਹੀ ਗਾਉਂਦੇ ਸਨ। ਬਾਣੀ ਲੋਕ ਪੜ੍ਹਦੇ ਨੇ, ਸਹਿਜ ਪਾਠ ਕਰਦੇ ਨੇ, ਅਖੰਡ ਪੜ੍ਹਦੇ ਰੌਲਾ ਲਾਉਂਦੇ ਨੇ। ਬਾਣੀ ਪੜ੍ਹਨ ਦੀ ਆਪਣੀ ਮਹਿਮਾ ਹੈ, ਆਪਣੀ ਮਹਾਨਤਾ ਹੈ, ਆਪਣਾ ਫਲ ਹੈ। ਆਇਓ ਸੁਣਨ ਪੜ੍ਹਨ ਕੋ ਬਾਣੀ, ਇਹ ਇਨਸਾਨ ਤੋਂ ਬਾਣੀ ਪੜ੍ਹਨ ਤੇ ਸੁਣਨ ਆਇਆ ਹੈ ਅਸੀਂ। ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਆਓ ਭਾਈ ਰਲ ਕੇ ਬਾਣੀ ਗਾਈਏ, ਉਹ ਜੀਵਨ ਸਫਲਾ ਕਰਦੀ, ਸੁਖ ਦਿੰਦੀ। ਬਾਣੀ ਗਾਉਣ ਦਾ ਲਾਭ ਹੈ। ਬਾਣੀ ਬਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਸਾ ਹੋਏ। ਬਾਣੀ ਦੀ ਵਿਚਾਰ ਕਰਨੀ, ਜਿਵੇਂ ਆਪਾਂ ਵਿਚਾਰ ਹੁਣ ਬਾਣੀ ਦੀ ਕਰ ਰਹੇ, ਇਹਦੀ ਆਪਣੀ ਮਹਿਮਾ ਹੈ। ਬਾਣੀ ਪੜ੍ਹਨ ਸੁਣਨ ਦੀ ਆਪਣੀ ਮਹਾਨਤਾ ਹੈ, ਬਾਣੀ ਗਾਉਣ ਦੀ ਆਪਣੀ ਮਹਾਨਤਾ ਹੈ, ਬਾਣੀ ਜਿਹੜਾ ਵਿਚਾਰਨ ਦੀ ਆਪਣੀ ਮਹਾਨਤਾ ਹੈ। ਪਰ ਬਾਣੀ ਮੰਨਣ ਦੀ ਜਿਹੜੀ ਮਹਾਨਤਾ ਉਹ ਤਾਂ ਵਰਣਨ ਹੀ ਨਹੀਂ ਕੀਤੀ ਜਾ ਸਕਦੀ। ਮੰਨੇ ਕੀ ਗਤ ਕਹੀ ਨਾ ਜਾਏ, ਉਹਦੀ ਅਵਸਥਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਜਿੰਨੀ ਸੁਣ ਕੇ ਮੰਨਿਆ ਸੇ ਪੁਰਖ ਪ੍ਰਧਾਨ, ਜਿੰਨਾ ਮੰਨ ਲਿਆ ਉਹ ਸੰਤ ਮਹਾਤਮਾ ਹੋ ਗਏ। ਤੁਸੀਂ ਅਸੀਂ ਕਿਉਂ ਨਹੀਂ ਹੋਏ? ਆਪਾਂ ਪੜ੍ਹਦੇ ਰਹਿਣਾ ਹੈ, ਗਾਉਂਦੇ ਰਹਿਣਾ ਹੈ, ਵਿਚਾਰਦੇ ਰਹਿਣਾ ਹੈ। ਜਿੰਨਾ ਮੰਨਣਾ ਚਾਹੀਦਾ ਉਹਨਾਂ ਚਿਰ ਮੰਨਦੇ ਨਹੀਂ ਹੈ, ਸੰਤ ਬਣਦੇ ਨਹੀਂ ਹੈਗੇ। ਬਸ ਹੋਰ ਤੇ ਕੀ ਹੈ? ਹੋਰ ਉਹਨਾਂ ਕਿਹੜੇ ਫੁੱਲ ਲੱਗੇ ਹੁੰਦੇ ਨੇ, ਉਹਨੇ ਮੰਨ ਲਿਆ ਹੁੰਦਾ ਹੈ, ਉਹਨੇ ਮੰਨ ਲਿਆ ਹੁੰਦਾ। ਅਸੀਂ ਕਹਿੰਦੇ ਸੋਮਵਾਰ ਤੋਂ ਸ਼ੁਰੂ ਕਰਾਂਗੇ, ਕੋਈ ਕਹਿੰਦਾ ਬੁੱਧਵਾਰ ਕੰਮ ਸੁੱਧ ਹੁੰਦਾ, ਬੁੱਧ ਤੋਂ ਸ਼ੁਰੂ, ਕੋਈ ਕਹਿੰਦੇ 1 ਤਰੀਕ ਤੋਂ ਸ਼ੁਰੂ, ਕੋਈ ਕਹਿੰਦਾ ਮੈਂ ਕੁੜੀ ਵਿਆਹ ਲਾ ਫਿਰ ਵਿਹਲਾ ਹੋ ਕੇ ਕਰੂੰਗਾ। ਇਹ ਨਹੀਂ ਪਤਾ ਕੁੜੀ ਵਿਆਹ ਕੇ ਤੂੰ ਵਿਹਲਿਆ ਨਹੀਂ ਹੋਣਾ, ਤੂੰ ਸਿਆਪੇ ਨੂੰ ਫੜਿਆ ਜਾਣਾ। ਉਹ 15 ਦਿਨ ਬਾਅਦ ਤੇਰੇ ਬੂਹੇ ਅੱਗੇ ਆ ਕੇ ਬਹਿ ਜਾਣਾ, ਲੱਗਾ ਰਹੀ ਹੁਣ ਤੂੰ। ਫਿਰ ਜਾਓ ਹੁਣ ਵਿਮਨ ਸੈਲ 'ਚ ਜਾਓ ਅਤੇ ਫਲਾਣਾ ਜਾਓ, ਕੋਰਟ 'ਚ ਜਾਓ। ਐਵੇਂ ਮਨੁੱਖ ਨੂੰ ਭੁਲੇਖ ਹੈ ਵੀ ਪਤਾ ਨਹੀਂ ਮੈਂ ਵਿਹਲਾ ਹੋ ਜਾਵਾਂਗਾ। ਇਹ ਵਿਹਲੇ ਨਹੀਂ ਹੋਇਆ ਜਸਦਾ। ਮਹਾਂਪੁਰਖਾਂ ਦੀ ਮੈਨੂੰ ਗੱਲ ਯਾਦ ਹੈ, ਸੰਤ ਬਾਬਾ ਮੋਹਨ ਸਿੰਘ ਭਿੰਡਰਾਂ ਵਾਲੇ। ਉਹ ਕਹਿੰਦੇ ਤੁਸੀਂ 1 ਘੰਟਾ ਸਿਮਰਨ ਕਰੋ, ਪਰਮਾਤਮਾ ਤੁਹਾਨੂੰ 2 ਘੰਟੇ ਦੀ ਵਿਹਲ ਦੇਵੇਗਾ। ਮੈਂ ਕਿਹਾ ਜਿਹੜਾ 2 ਘੰਟੇ ਸਿਮਰਨ ਕਰੇ, ਕਹਿੰਦੇ ਪਰਮਾਤਮਾ 4 ਘੰਟੇ ਦੀ ਵਿਹਲ ਦੇਵੇਗਾ। ਮੈਂ ਜੀ ਜਿਹੜਾ 4 ਘੰਟੇ ਸਿਮਰਨ ਕਰੇ, ਕਹਿੰਦੇ ਪਰਮਾਤਮਾ 8 ਘੰਟੇ ਦੀ ਵਿਹਲ ਦੇਵੇਗਾ। ਮੈਂ ਜਿਹੜਾ 8 ਘੰਟੇ ਸਿਮਰਨ ਕਰੇ, ਕਹਿੰਦੇ ਪਰਮਾਤਮਾ 16 ਘੰਟੇ ਦੀ ਵਿਹਲ ਦੇਵੇਗਾ। ਮੈਂ ਅੱਗੇ ਕਹਿ ਨਹੀਂ ਲੱਗਾ ਸੀ ਵੀ 16 ਘੰਟੇ ਜੇ ਕਰੇ, ਕਹਿੰਦੇ ਪਏ ਅਸੀਂ ਸਮਝ ਗਏ। ਜਿਹੜਾ ਹਰ ਵਕਤ ਸਿਮਰਨ ਕਰੇ ਉਹਨੇ ਕੋਈ ਕੰਮ ਨਹੀਂ ਕਰਨਾ ਹੁੰਦਾ, ਪਰਮਾਤਮਾ ਉਸ 'ਤੇ ਸੇਵਾਦਾਰ ਲਾਉਂਦਾ ਹੁੰਦਾ। ਬਸ ਫਿਰ ਉਹਨੇ ਆਪ ਕੁਛ ਨਹੀਂ ਕਰਨਾ ਹੁੰਦਾ, ਸੇਵਾਦਾਰ ਅੱਗੇ ਕਰਦੇ ਨੇ। ਸਿਮਰਨ ਕਰਨ ਤੋਂ ਬਾਅਦ ਵਿਹਲ ਮਿਲਣੀ ਹੈ, ਵਿਹਲ ਮਿਲੇਗੀ ਤਾਂ ਸਿਮਰਨ ਕਰਾਂਗੇ। ਇਸ ਤਰ੍ਹਾਂ ਨਹੀਂ ਹੋਇਆ ਚੱਲੇਗਾ ਕੰਮ, ਇਸ ਤਰ੍ਹਾਂ ਨਹੀਂ ਚੱਲੇਗਾ। ਵਿਹਲ ਮਿਲੇਗੀ ਤਾਂ ਸਿਮਰਨ ਕਰਾਂਗੇ, ਨਹੀਂ ਤੁਸੀਂ ਸਿਮਰਨ ਕਰੋ ਤੁਹਾਨੂੰ ਵਿਹਲ ਮਿਲੇਗੀ। ਕਿਵੇਂ ਮਿਲੇਗੀ ਜੀ? ਉਹ ਕਰਕੇ ਵੇਖ ਲਓ, ਕਿਉਂਕਿ ਮੇਰੇ ਦੱਸਿਆ ਵੀ ਤੁਹਾਡੀ ਗੱਲ ਨਹੀਂ ਬਣਨੀ ਵੀ ਕਿਵੇਂ ਮਿਲੇਗੀ। ਜਿਸ ਕਰਕੇ ਤੁਸੀਂ ਉਲਝੇ ਹੋਏ ਹੋ ਉਹ ਪਰਮਾਤਮਾ ਤੁਹਾਡੇ ਕਾਰਜਾਂ ਨੂੰ ਸੁਲਝਾ ਦੇਗਾ, ਤੁਸੀਂ ਵਿਹਲੇ ਹੋ ਜਾਓਗੇ। ਕਰਕੇ ਵਿਹਲੇ ਹੋ ਜਾਓਗੇ। ਕਿਤੇ ਤੁਸੀਂ ਇਕੱਲੇ ਕੰਮ ਕਰਦੇ ਸੀ, ਤੁਸੀਂ ਸਿਮਰਨ ਕਰਦੇ ਹੋ, ਕੋਈ ਨਾ ਕੋਈ ਤੁਹਾਡੀ ਮਦਦ 'ਤੇ ਆ ਜਾ, ਲੈ ਯਾਰ ਮੈਂ ਤੇਰੇ ਨਾਲ ਲੱਗ ਕੇ ਕਰਾ ਦਿੰਦਾ, ਚਲ ਹੋ ਗਏ ਨਾ ਵਿਹਲੇ ਛੇਤੀ। ਕਰਕੇ ਵੇਖੋ। ਜਿੰਨਾ ਚਿਰ ਅਸੀਂ ਪ੍ਰੈਕਟੀਕਲ ਨਹੀਂ ਕਰਦੇ ਉਹਨਾਂ 'ਚ ਸਾਨੂੰ ਕਿਸੇ ਦੀ ਗੱਲ 'ਤੇ ਵਿਸ਼ਵਾਸ ਨਹੀਂ ਆਉਂਦਾ ਹੈ। ਗੁਰੂ ਦੀ ਗੱਲ 'ਤੇ ਵੀ ਪੂਰਾ ਉਦੋਂ ਵਿਸ਼ਵਾਸ ਹੋਵੇਗਾ ਜਦੋਂ ਅਸੀਂ ਗੁਰੂ ਦੀ ਗੱਲ ਦਾ ਪ੍ਰੈਕਟੀਕਲ ਕਰ ਲਾਂਗੇ। ਹਾਂ ਵਾਕਿਆ ਹੀ ਸਿਮਰਨ ਕਰਨਾ ਸੁੱਖ ਮਿਲਦਾ ਹੈ। ਬਸ ਫਿਰ ਤੁਸੀਂ ਆਪਣੇ ਕੋਲ ਵੀ ਕਹਿਣ ਲੱਗ ਜਾਓਗੇ ਭਾਈ ਸਿਮਰਨ ਕਰਨਾ ਸੁੱਖ ਮਿਲਦਾ, ਕਿਉਂਕਿ ਤੁਹਾਨੂੰ ਮਿਲ ਗਿਆ ਹੈ।
ਸਿਮਰਨ ਕਰਨ ਨਾਲ ਬੰਦਾ ਅਮੀਰ ਹੋ ਜਾਂਦਾ ਹੈ। ਫਿਰ ਤੁਸੀਂ ਕਹੋਗੇ ਹਾਂ ਮੈਂ ਸਿਮਰਨ ਕੀਤਾ, ਮੈਂ ਪਹਿਲਾਂ ਅਮੀਰ ਹੋ ਗਿਆ। ਸਿਮਰਨ ਨਾਲ ਹੋਇਆ ਨਾ, ਸਿਮਰਨ ਨਾਲ ਤਾਂ ਪਤਾ ਨਹੀਂ ਕੀ ਕੁਛ ਹੋਣਾ। ਅੱਜ ਤ੍ਰਿਸ਼ਨਾਵਾਂ ਕਰਕੇ ਬੰਦਾ ਦੁਖੀ ਹੈ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੇ। ਲੈ ਤ੍ਰਿਸ਼ਨਾ ਖਤਮ ਹੋ ਗਈ, ਗੱਲ ਕਰੇ ਸੁੱਖ ਹੀ ਸੁੱਖ ਹੈ, ਸੁੱਖ ਹੀ ਸੁੱਖ। ਸਬਰ ਸੰਤੋਖ ਨਾਮ ਸਿਮਰਨ ਨਾਲ ਆਉਂਦਾ। ਜੇ ਸਬਰ ਸੰਤੋਖ ਹੋ ਗਿਆ ਬਸ ਬਹੁਤ ਵੱਡੀ ਪ੍ਰਾਪਤੀ ਜ਼ਿੰਦਗੀ ਕਰ ਲਈ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਵਾਦ ਅਹੰਕਾਰ ਨਾਹੀਂ ਪ੍ਰਭ ਮੇਲਾ। ਵਾਦ ਵਿਵਾਦ ਕਰਨ ਨਾਲ, ਹੰਕਾਰ ਕਰਨਾ ਪਰਮਾਤਮਾ ਨਾਲ ਮੇਲ ਨਹੀਂ ਹੁੰਦਾ। ਮਨ ਦੇ ਭਾਵੇਂ ਨਾਮ ਸੁਹੇਲਾ। ਹੇ ਮਨ, ਤੂੰ ਮਨ ਅਰਪਣ ਕਰੇਗਾ, ਤੈਨੂੰ ਫਿਰ ਨਾਮ ਮਿਲੇਗਾ, ਫਿਰ ਤੂੰ ਸੁਖੀ ਹੋ ਜਾਏਗਾ। ਸੁਹੇਲਾ ਮੈਨੇ ਸੁਖੀ। ਮਨ ਗੁਰੂ ਨੂੰ ਅਰਪਣ ਕਰਨਾ ਪੈਣਾ। ਮਨ ਵੇਚਿਆ ਸਤਿਗੁਰ ਕੇ ਪਾਸ, ਤਿਸ ਸੇਵਕੇ ਕਾਰਜ ਰਸ। ਜਦੋਂ ਵੇਚ ਹੀ ਦਿੱਤੀ ਕੋਈ ਚੀਜ਼ ਫਿਰ ਆਪਣੀ ਤਾਂ ਨਾ ਰਹੀ। ਇਹ ਉਹਨੇ ਕਿਹਾ ਜੇ ਕਿ ਮੇਰਾ ਮਨ ਦੇ ਦੇ, ਤੁਸੀਂ ਕਹਿਣਾ 10 ਮਿੰਟਾਂ ਲਈ ਦਿੱਤਾ ਜੀ ਨਾ, ਵੇਚ ਹੀ ਦੇ, ਨਿਬੜਿਆ ਕੰਮ। ਹੁਣ ਜਿਵੇਂ ਤੁਹਾਡਾ ਮਨ ਕਹਿੰਦਾ ਉਵੇਂ ਨਹੀਂ ਤੁਸੀਂ ਕਰ ਸਕਦੇ, ਮਨ ਤਾਂ ਤੁਸੀਂ ਵੇਚਤਾ ਹੈ। ਹੁਣ ਤਾਂ ਜਿਵੇਂ ਗੁਰੂ ਮਹਾਰਾਜ ਕਹਿੰਦੇ ਉਵੇਂ ਹੋਊਗਾ, ਅਤੇ ਜਿਵੇਂ ਗੁਰੂ ਮਹਾਰਾਜ ਕੇ ਉਵੇਂ ਸਿੱਖ ਕਰਨ ਵਾਲੇ ਮਹੀਨੇ 'ਚ ਜ਼ਿੰਦਗੀ ਬਦਲ ਜਾਏਗੀ। ਸਾਡੀ ਜ਼ਿੰਦਗੀ 1 ਮਹੀਨੇ ਦੇ ਵਿੱਚ ਹੀ ਬਹੁਤ ਹੱਦ ਤੱਕ ਬਦਲ ਜਾਏਗੀ। ਜੇ ਕਿਤੇ 1 ਮਹੀਨਾ ਵੀ ਅਸੀਂ ਜੋ ਗੁਰਬਾਣੀ ਕਹਿੰਦੇ ਉਵੇਂ ਅਭਿਆਸ ਕਰ ਲਿਆ ਤਾਂ ਜ਼ਿੰਦਗੀ ਬਦਲ ਜਾਏਗੀ। ਅਭਿਆਸ ਤੋਂ ਬਿਨਾਂ ਨਹੀਂ ਗੱਲ ਬਣਿਆ ਕਰਦੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮਨ ਦੇ ਭਾਵੇਂ, ਮਨ ਨੂੰ ਦੇ ਕੇ ਤੈਨੂੰ ਕੀ ਮਿਲੇਗਾ? ਨਾਮ। ਤੈਨੂੰ ਮਿਲੇਗਾ ਨਾਮ। ਫਿਰ ਕੀ ਹੋਏਗਾ? ਸੁਹੇਲਾ, ਤੂੰ ਹੋ ਜਾਏਗਾ ਸੁਖੀ। ਦੂਜੇ ਭਾਏ ਅਗਿਆਨ ਦੁਹੇਲਾ। ਦੂਜੇ ਭਾਏ ਮਾਇਆ ਨੂੰ ਪਿਆਰ ਕਰਨ ਕਰ। ਹਰ ਮਨੁੱਖ ਨੇ ਪਿਆਰ ਤਾਂ ਕਿਸੇ ਨੂੰ ਕਰਨਾ ਹੀ ਕਰਨਾ। ਰੱਬ ਨੂੰ ਨਹੀਂ ਕਰੇਗਾ ਫਿਰ ਸੰਸਾਰਿਕ ਚੀਜ਼ਾਂ ਨੂੰ ਕਰੇਗਾ। ਉਹਨੂੰ ਕਹੇ ਦੂਜੇ ਭਾਏ। ਜਦੋਂ ਸੰਸਾਰਿਕ ਚੀਜ਼ਾਂ ਨੂੰ ਪਿਆਰ ਕਰੇਗਾ ਇਹ, ਫਿਰ ਕੀ ਹੋਏਗਾ? ਅਗਿਆਨ। ਇਹ ਅਗਿਆਨੀ ਹੋਏਗਾ। ਅਤੇ ਅਗਿਆਨੀ ਦੁਹੇਲਾ, ਦੁਖੀ ਹੁੰਦਾ ਹੈ। ਸਿਆਣਾ ਬੰਦਾ ਸੁਖੀ ਹੁੰਦਾ, ਅਗਿਆਨੀ ਨਹੀਂ ਕਦੇ ਸੁਖੀ ਹੋਇਆ ਕਰਦੇ, ਉਹ ਦੁਖੀ ਹੋ ਰਹਿੰਦੇ। ਕਿਉਂ? ਉਹਨਾਂ ਕੰਮ ਹੀ ਅਗਿਆਨੀਆਂ ਵਾਲੇ ਕਰਨੇ ਨੇ ਅਤੇ ਨਤੀਜਾ ਪੁੱਠਾ ਨਿਕਲਣਾ ਹੈ। ਬਿਨ ਦਮ ਕੇ ਸੌਦਾ ਨਹੀਂ ਹਾਟ। ਪੈਸੇ ਤੋਂ ਬਿਨਾਂ ਹੱਟੀ ਤੋਂ ਸੌਦਾ ਨਹੀਂ ਮਿਲਦਾ। ਦਮ ਹੁੰਦਾ ਪੈਸੇ, ਜਿਹਨੂੰ ਦਾਮ ਕਹਿੰਦੇ ਹਿੰਦੀ 'ਚ। ਛੋਟਾ ਬਣਾ ਲਿਆ ਹੈ। ਕਵਿਤਾ ਦੇ ਵਿੱਚ ਨਾ ਕੁਝ ਵਧਾਉਣਾ ਪੈਂਦਾ, ਕੁਝ ਘਟਾਉਣਾ ਪੈਂਦਾ ਹੁੰਦਾ। ਇਹ 'ਚ ਮਾਤਰਾਵਾਂ ਹੁੰਦੀਆਂ, ਲਘੂ ਮਾਤਰਾਵਾਂ ਹੁੰਦੀਆਂ, ਵੱਡੀਆਂ ਛੋਟੀਆਂ ਮਾਤਰਾਵਾਂ ਹੁੰਦੀਆਂ। ਉਹਨਾਂ ਦਾ ਟਾਈਮ ਹੁੰਦਾ ਹੈ। ਜੇ ਬਿਹਾਰੀ ਹੈ ਇਹ ਵੱਡੀ ਮਾਤਰਾ ਹੈ, ਸਿਹਾਰੀ ਹੈ ਇਹ ਛੋਟੀ ਮਾਤਰਾ ਹੈ। ਬਿਹਾਰੀ ਆਵਾਜ਼ ਲੰਮੀ ਕਰਨੀ ਪੈਂਦੀ, ਸਿਹਾਰੀ ਦੀ ਆਵਾਜ਼ ਛੋਟੀ ਹੋ ਜਾਂਦੀ। ਹੁਣ ਥੋੜ੍ਹਾ ਟਾਈਮ ਲੱਗਦਾ। ਇਸ ਲਈ ਉਹ ਫਿਰ ਉਹਦੇ ਅਨੁਸਾਰ, ਕਿਤੇ ਤੁਸੀਂ ਦੇਖਿਆ ਨਾ ਗੁਰੂਆਂ ਨੇ ਆਨੰਦ ਲਿਖਿਆ ਨੰਨੇ 'ਤੇ ਟਿੱਪੀ ਲਾ ਕੇ, ਕਿਤੇ ਆਨੰਦ ਲਿਖਿਆ ਹੋਇਆ ਬਿਨਾਂ ਟਿੱਪੀ ਤੋਂ। ਕਿਉਂ? ਉਹ ਜਿਹੜੀ ਮਾਤਰਾਵਾਂ ਨੇ ਕਵਿਤਾ ਦੇ ਵਿੱਚ ਪੂਰੀਆਂ ਕਰਨੀਆਂ ਹੁੰਦੀਆਂ ਨੇ। ਇਸ ਕਰਕੇ ਕਿਤੇ ਲਾਉਣੀ ਪੈਂਦੀ ਹੈ, ਕਿਤੇ ਨਹੀਂ ਲਾਉਣੀ ਪੈਂਦੀ। ਇਸ ਲਈ ਅਸਲ ਸ਼ਬਦ ਹੈ ਦਾਮ, ਰੁਪਇਆ ਪੈਸਾ। ਉੱਥੇ ਛੋਟਾ ਬਣਾ ਲਿਆ। ਬਿਨ ਦਮ ਕੇ ਸੌਦਾ ਨਹੀਂ ਹਾਟ। ਪੈਸਿਆਂ ਤੋਂ ਬਿਨਾਂ ਹੱਟੀ ਤੋਂ ਸੌਦਾ ਨਹੀਂ ਮਿਲਦਾ। ਬਿਨ ਬੋਹਿਤ ਸਾਗਰ ਨਹੀਂ ਵਾਟ। ਵਾਟ ਹੁੰਦਾ ਰਸਤਾ, ਸਫ਼ਰ। ਜਹਾਜ਼ ਤੋਂ ਬਿਨਾਂ ਸਮੁੰਦਰ ਦਾ ਸਫ਼ਰ ਨਹੀਂ ਕੀਤਾ ਜਾ ਸਕਦਾ। ਬਿਨ ਗੁਰ ਸੇਵੇ ਘਾਟੇ ਘਾਟ। ਅਤੇ ਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਵੀ ਘਾਟਾ ਹੀ ਘਾਟਾ। ਗੁਰੂ ਦੀ ਸੇਵਾ ਨਹੀਂ ਕੀਤੀ, ਗੁਰੂ ਦਾ ਹੁਕਮ ਨਹੀਂ ਮੰਨਿਆ, ਘਾਟਾ ਹੀ ਘਾਟਾ। ਕਹਿੰਦੇ ਘਾਟਾ ਹੀ ਘਾਟਾ। ਉਦਾਹਰਨਾਂ ਦੇ ਦੇ ਕੇ ਸਮਝਾਇਆ ਵੀ ਜਿਵੇਂ ਪੈਸੇ ਤੋਂ ਬਿਨਾਂ ਸੌਦਾ ਨਹੀਂ ਮਿਲਦਾ ਹੱਟੀ ਤੋਂ, ਜਹਾਜ਼ ਤੋਂ ਬਿਨਾਂ ਅਸੀਂ ਸਮੁੰਦਰ ਪਾਰ ਨਹੀਂ ਕਰ ਸਕਦੇ,
ਇਸ ਤਰ੍ਹਾਂ ਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਵੀ ਸਾਨੂੰ ਲਾਭ ਨਹੀਂ ਉਸਦਾ, ਘਾਟਾ ਹੀ ਘਾਟਾ ਜ਼ਿੰਦਗੀ 'ਚ ਰਹਿਣਾ ਹੈ। ਇਸ ਲਈ ਭਾਈ ਸ਼ੁਭ ਕਰਮ ਕਰਨੇ, ਆਪਣਾ ਪਰਮਾਤਮਾ ਦਾ ਨਾਮ ਜਪਣਾ ਹੈ, ਸਹਿਜ ਸੁਭਾਅ ਜ਼ਿੰਦਗੀ ਜਿਉਣੀ ਹੈ। ਔਖੇ ਹੋਣ ਦੀ ਕੋਈ ਲੋੜ ਨਹੀਂ ਹੁੰਦੀ। ਸਹਿਜ ਸੁਭਾਅ ਆਪਾਂ ਹੈਗੇ ਗ੍ਰਸਥੀ, ਆਪਣੇ ਪਰਿਵਾਰ ਨੂੰ ਵੀ ਪਾਲਣਾ ਹੈ। ਪਰਿਵਾਰ ਪਾਲਣ ਲਈ ਸਾਨੂੰ ਕੋਈ ਨਾ ਕੋਈ ਸਾਰਥਕ ਕੰਮ ਕਰਨਾ ਪਏਗਾ ਜਿਹਦੇ ਨਾਲ ਅਸੀਂ ਪੈਸਾ ਕਮਾ ਸਕੀਏ। ਕੰਮ ਵੀ ਕਰਨਾ, ਕਿਰਤ ਕਰਨੀ ਹੈ, ਕਿਰਤ ਕਰਕੇ ਪੈਸਾ ਕਮਾਉਣਾ ਹੈ, ਉਹਦੇ ਨਾਲ ਆਪਣਾ ਪਰਿਵਾਰ ਪਾਲਣਾ। ਬਾਕੀ ਜਿਹੜਾ ਸਮਾਂ ਹੁੰਦਾ ਉਹ ਭਜਨ ਬੰਦਗੀ ਕਰਕੇ ਸਮੇਂ ਨੂੰ ਲੇਖੇ ਲਾਉਣਾ ਹੈ, ਵਿਅਰਥ ਸਮੇਂ ਨੂੰ ਨਹੀਂ ਗਵਾਉਣਾ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਹਾਂ, ਸਾਰੀ ਸੰਗਤ ਨੂੰ ਬੇਨਤੀ ਹੈ ਜੀ, ਦੀਵਾਲੀ ਤੋਂ ਅਗਲੇ ਦਿਨ 5 ਤਰੀਕ ਨੂੰ ਅਖੰਡ ਪਾਠ ਸ਼ੁਰੂ ਹੋਣੇ ਹਨ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਹੈ ਅਤੇ ਦੂਸਰਾ ਭਗਤ ਨਾਮਦੇਵ ਦੇ ਪ੍ਰਕਾਸ਼ ਦਿਵਸ ਹੈ। ਇਹ ਦੋਨੋਂ ਆਪਾਂ ਮਨਾਵਾਂਗੇ 7 ਤਰੀਕ ਨੂੰ, ਐਤਵਾਰ ਨੂੰ। ਇਸ ਲਈ 5 ਨੂੰ ਜਿਹੜੇ ਅਖੰਡ ਪਾਠ ਸਵੇਰੇ 8 ਵਜੇ ਸ਼ੁਰੂ ਹੋ ਜਾਣੇ ਹਨ। ਸਾਰੇ ਪਾਠੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਯਾਦ ਰੱਖਣ। ਇਹ ਨਾ ਕਿ ਰਾਤ ਨੂੰ ਦੀਵਾਲੀ ਮਨਾਉਂਦੇ ਸਵੇਰ ਤੱਕ ਭੁੱਲ ਹੀ ਜਾਓ ਅਤੇ ਆਪਣੀ ਰੌਲ 'ਤੇ ਹੀ ਨਾ ਆਓ। ਦੀਵਾਲੀ ਆਪਣੀ ਥਾਂ 'ਤੇ, ਅਖੰਡ ਪਾਠ ਆਪਣੀ ਥਾਂ 'ਤੇ। ਅਤੇ ਜਿਹੜਾ ਹੈ, ਜਿਹੜੇ ਪਾਠੀ ਪਾਠ ਸਿੱਖਦੇ ਨੇ ਉਹ ਕੱਲ੍ਹ ਨੂੰ ਤਾਂ ਆਉਣਗੇ। ਅੱਗੇ ਫਿਰ 4 ਤਰੀਕ ਦੀ ਦੀਵਾਲੀ ਹੈ, ਅੱਗੇ 5 ਨੂੰ ਅਖੰਡ ਪਾਠ ਸ਼ੁਰੂ ਹੋਣਾ, 4 ਦੀ ਵੀ ਛੁੱਟੀ ਹੋਣਾ, 5 ਦੀ ਵੀ ਛੁੱਟੀ ਹੋਣਾ, 6 ਦੀ ਵੀ ਛੁੱਟੀ, 7 ਨੂੰ ਸਵੇਰੇ ਭੋਗ ਪੈਣਾ, ਸ਼ਾਮ ਨੂੰ ਉਹਨਾਂ ਨੇ ਫਿਰ ਜਿਹੜਾ ਹੈ ਪਾਠ ਸਿੱਖਣ ਆਉਣਾ ਹੈ। ਆਪਾਂ ਵੀ ਕੱਲ੍ਹ ਦਾ ਦਿਨ ਕਥਾ ਵਾਰਤਾ ਕਰਾਂਗੇ, ਫਿਰ ਐਤਵਾਰ ਨੂੰ ਫਿਰ ਜਾ ਕੇ ਫਿਰ ਕਥਾ ਵਾਰਤਾ ਕਰਾਂਗੇ, ਕਿਉਂਕਿ ਦੀਵਾਲੀ ਦੀ ਵੀ ਛੁੱਟੀ ਅਤੇ ਅੱਗੇ 2 ਅਖੰਡ ਪਾਠ ਹੋਣੇ, ਉਹ ਵੀ ਕਥਾ ਵਾਰਤਾ ਦੀ ਛੁੱਟੀ। ਯਾਦ ਰੱਖਣਾ ਸਾਰੀ ਸੰਗਤ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।